152वां श्लोक है। कबीर गंग जमुन के अंतरे सहज सुन के घाट, तहाँ कबीरै मट किया खोजत मुन जन बाट। गंगा ते जमुना ਦੋਵੇਂ ਨਦੀਆਂ ਹਿੰਦੁਸਤਾਨ ਵਿੱਚ ਵਿਸ਼ੇਸ਼ ਤੌਰ 'ਤੇ ਹਿੰਦੂ ਮਤ ਮੁਤਾਬਕ ਬੜੀਆਂ ਪਵਿੱਤਰ ਮੰਨੀਆਂ ਗਈਆਂ ਨੇ। ਭਗਤਾਂ ਦੇ ਸਾਹਮਣੇ ਇੱਕ ਬੜੀ ਵੱਡੀ ਅੜਚਨ ਰਹੀ ਹੈ। ਉਪਦੇਸ਼ ਦੇਣ ਵੇਲੇ ਕਿ ਦੁਨੀਆ ਨੂੰ ਸਮਝਾਉਣ ਵਾਸਤੇ ਉਹੀ ਪ੍ਰਮਾਣ ਲੈਣੇ ਪੈਂਦੇ ਨੇ, ਉਹੀ ਮਿਸਾਲਾਂ ਉਦਾਹਰਣਾਂ ਦੇਣੀਆਂ ਪੈਂਦੀਆਂ ਨੇ ਜਿਹੜੀਆਂ ਸਮਾਜ ਵਿੱਚ ਪ੍ਰਚਲਿਤ ਹੋਣ। ਭਾਵੇਂ ਭਗਤ ਦਾ ਇਸ਼ਾਰਾ ਉਹਨਾਂ ਮਿਸਾਲਾਂ ਤੋਂ ਜਾਂ ਉਹਨਾਂ ਪ੍ਰਮਾਣਾਂ ਤੋਂ ਪਰਮਾਤਮਾ ਤੱਕ ਹੋਇਆ ਕਰਦਾ ਹੈ, ਪਰ ਜੇ ਕੋਈ ਵਿਅਕਤੀ ਕੇਵਲ ਪ੍ਰਮਾਣ 'ਤੇ ਹੀ ਰੁਕ ਜਾਏ, ਪਰਮਾਰਥ ਨੂੰ ਨਾ ਸਮਝੇ, ਤਾਂ ਉੱਥੇ ਵੀ ਅਟਕਿਆ ਰਹਿ ਸਕਦਾ ਹੈ। ਕਬੀਰ ਜੀ ਕਿਸੇ ਵਿਸ਼ੇਸ਼ ਅਸਥਾਨ ਦੇ ਪੁਜਾਰੀ ਨਹੀਂ। ਅਗਰ ਉਹ ਪੁਜਾਰੀ ਹੀ ਹੁੰਦੇ ਜਾਂ ਕਿਸੇ ਇੱਕ ਅਸਥਾਨ ਨੂੰ ਦੂਜਿਆਂ ਨਾਲੋਂ ਪਵਿੱਤਰ ਮੰਨਦੇ, ਤਾਂ ਉਹ ਕਾਸ਼ੀ ਛੱਡ ਕੇ ਕਦੀ ਵੀ ਹੜੰਬੇ ਜਾ ਕੇ ਨਾ ਰਹਿੰਦੇ। ਬਲਕਿ ਕਬੀਰ ਜੀ ਦੇ ਪਾਵਨ ਬਚਨ ਹਨ, ਜੈਸਾ ਮਗਹਰ ਤੈਸੀ ਕਾਸ਼ੀ, ਹਮ ਏਕੈ ਕਰ ਜਾਨੀ। ਹਮ ਨਿਰਧਨ ਜੋ ਇਹ ਧਨ ਪਾਇਆ, ਮਰਤੇ ਫੂਟ ਗੁਮਾਨੀ। ਮੈਨੂੰ ਤਾਂ ਇਹ ਸਮਝ ਪੈ ਗਈ ਹੈ ਕਿ ਮਨੋਂ ਕਠੋਰ ਮਰੈ ਬਾਨਾਰਸ, ਨਰਕ ਨ ਬਾਂਚਿਆ ਜਾਈ। ਹਰਿ ਕਾ ਸੰਤ ਮਰੈ ਹਾੜੰਬੈ, ਤਾਂ ਸਗਲੀ ਸੈਨ ਤਰਾਈ। ਮਨ ਪੱਥਰ ਵਰਗਾ ਕਠੋਰ ਹੋਵੇ, ਨੇਕੀ ਨਿਮਰਤਾ ਦਇਆ ਧਰਮ ਅੰਦਰ ਨਾ ਹੋਵਣ, ਮਨੁੱਖ ਬਨਾਰਸ ਵਿੱਚ ਪ੍ਰਾਣ ਤਿਆਗ ਜਾਏ, ਨਰਕ ਤੋਂ ਬਚ ਨਹੀਂ ਸਕੇਗਾ। ਹਰੀ ਦਾ ਪਿਆਰਾ ਜੋ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਇਆ ਹੈ, ਨੇਕ ਇਨਸਾਨ ਹੈ, ਉਹ ਹੜੰਬੇ ਦੀ ਧਰਤੀ 'ਤੇ ਵੀ ਪ੍ਰਾਣ ਤਿਆਗ ਦੇਵੇ, ਆਪ ਤਾਂ ਤਰੇਗਾ ਹੀ, ਆਪਣੇ ਸੰਗੀ ਸਾਥੀਆਂ ਦਾ ਉਧਾਰ ਵੀ ਕਰ ਦੇਵੇਗਾ। ਹਾਲਾਂਕਿ ਕਾਸ਼ੀ ਦੇ ਬ੍ਰਾਹਮਣਾਂ ਨੇ ਖੂਬ ਪ੍ਰਚਾਰ ਕਰ ਰੱਖਿਆ ਸੀ ਕਿ ਹੜੰਬੇ ਦੀ ਧਰਤੀ ਸਰਾਪੀ ਹੋਈ ਹੈ। ਇੱਥੇ ਜੋ ਵਿਅਕਤੀ ਪ੍ਰਾਣ ਤਿਆਗੇਗਾ ਉਹ ਗਧੇ ਦੀ ਜੂਨ ਵਿੱਚ ਪਵੇਗਾ। ਕਾਸ਼ੀ ਵਿੱਚ ਜੋ ਵਿਅਕਤੀ ਪ੍ਰਾਣ ਤਿਆਗੇਗਾ ਉਹ ਸ਼ਿਵਾਂ ਦੀ ਨਗਰੀ ਹੈ, ਇਹ ਸਿੱਧਾ ਸ਼ਿਵਪੁਰੀ ਨੂੰ ਜਾਏਗਾ। ਲੋਕ ਆਖਰੀ ਕਰਵਟ ਲੈਣ ਵਾਸਤੇ ਬੁਢਾਪੇ ਵਿੱਚ ਕਾਸ਼ੀ ਵੱਲ ਮੁੱਖ ਕਰ ਲੈਂਦੇ, ਕਾਸ਼ੀ ਨੂੰ ਤੁਰ ਪੈਂਦੇ। ਇੱਥੇ ਹੀ ਬਸ ਨਹੀਂ, ਕੋਈ ਨਾ ਜਾ ਸਕੇ, ਘਰ ਵਿੱਚ ਗੰਗਾ ਦਾ ਜਲ ਲਿਆ ਕੇ ਰੱਖਿਆ ਜਾਂਦਾ, ਮਰਦੇ ਦੇ ਮੂੰਹ ਵਿੱਚ ਪਾ ਦਿਓ, ਪਵਿੱਤਰ ਹੋ ਜਾਏਗਾ। ਹਾਲਾਂਕਿ ਅੱਜ ਦਾ ਵਿਗਿਆਨ ਸਪਸ਼ਟ ਤੌਰ 'ਤੇ ਇਹ ਐਲਾਨ ਕਰਦਾ ਹੈ ਕਿ ਗੰਗਾ ਦਾ ਪਾਣੀ ਅੱਜ ਪੀਣਾ ਤਾਂ ਦੂਰ, ਇਸ਼ਨਾਨ ਕਰਨਾ ਵੀ ਇਸ ਵਿੱਚ ਯੋਗ ਨਹੀਂ, ਇਹ ਇਸ਼ਨਾਨ ਦੇ ਕਾਬਲ ਵੀ ਨਹੀਂ, ਬਿਮਾਰੀ ਦਾ ਕਾਰਨ ਬਣੇਗਾ। ਪੀਣਾ ਬਿਲਕੁਲ ਨਹੀਂ, ਖੇਤੀ ਲਈ ਵੀ ਕਾਬਲ ਨਹੀਂ, ਇੰਨਾ ਪ੍ਰਦੂਸ਼ਿਤ ਹੋ ਗਿਆ ਹੈ। ਜੋ ਖੁਦ ਪ੍ਰਦੂਸ਼ਿਤ ਹੋ ਜਾਏ ਉਹ ਦੂਜੇ ਨੂੰ ਪਵਿੱਤਰ ਕਿਵੇਂ ਕਰੇਗਾ? ਮੇਰਾ ਭਾਵ ਕੋਈ ਗੰਗਾ ਜਲ ਦੀ ਵਿਰੋਧਤਾ ਤੋਂ ਨਹੀਂ ਹੈ। ਕਿਸੇ ਵੀ ਸਥਾਨ ਦਾ ਪਾਣੀ ਕਿਉਂ ਨਾ ਹੋਵੇ, ਪਾਣੀ ਆਖਰ ਪਾਣੀ ਹੈ।
ਉਹ ਕਦੀ ਵੀ ਮਲੀਨ ਮੈਲਾ ਹੋ ਸਕਦਾ ਹੈ। ਕਬੀਰ ਸਾਹਿਬ ਜੀ ਉਸ ਸੰਗਮ ਦੀ ਗੱਲ ਕਰ ਰਹੇ ਹਨ ਜਿੱਥੇ ਸੁਰਤ ਪਹੁੰਚ ਜਾਏ ਇੱਕ ਵਾਰ ਤਾਂ ਫਿਰ ਮੈਲੀ ਹੋਣ ਦਾ ਕੋਈ ਸਵਾਲ ਹੀ ਨਹੀਂ। ਕਬੀਰ ਜੀ ਕਹਿੰਦੇ ਨੇ ਗੰਗਾ ਜਮਨਾ ਸਰਸਵਤੀ ਦਾ ਮੇਲ, ਜਿਸ ਨੂੰ ਪ੍ਰਾਗ ਰਾਜ ਤੀਰਥਾਂ ਦਾ ਮੁਖੀ ਮੰਨਿਆ ਜਾਂਦਾ ਹੈ, ਉਹ ਮੇਰੇ ਅੰਦਰ ਹੈ, ਕਿਧਰੇ ਬਾਹਰ ਨਹੀਂ। ਪ੍ਰਾਗ ਰਾਜ ਤਾਂ ਇਲਾਹਾਬਾਦ ਯੂਪੀ ਵਿੱਚ ਹੈ। ਬੜਾ ਪ੍ਰਪੰਚ ਇੱਥੇ ਪ੍ਰਚਲਿਤ ਕੀਤਾ ਗਿਆ ਸੀ ਇੱਕ ਅਕਸ਼ੈ ਵੱਟ ਦਰਖਤ ਬੋਹੜ ਦਾ। ਬ੍ਰਾਹਮਣ ਨੇ ਪ੍ਰਚਾਰ ਕੀਤਾ, ਜੋ ਵਿਅਕਤੀ ਇੱਥੇ ਸਭ ਕੁਝ ਬ੍ਰਾਹਮਣ ਨੂੰ ਦਾਨ ਦੇ ਕੇ ਖੁਦ ਇਸ ਬੋਹੜ ਦੇ ਬਿਰਸ਼ ਤੋਂ ਡਿੱਗ ਕੇ ਪ੍ਰਾਣ ਦੇ ਦੇਵੇਗਾ, ਮਰ ਜਾਏਗਾ, ਉਹ ਵੀ ਸ਼ਿਵਪੁਰੀ ਚਲਾ ਜਾਏਗਾ। ਬਾਮੁਸ਼ਕਿਲ ਜਹਾਂਗੀਰ ਨੇ ਇਸ ਬੋਹੜ ਨੂੰ ਕਟਵਾਇਆ ਕਿ ਕੈਸੀ ਮੂਰਖਤਾ ਹੈ। ਲੋਕਾਂ ਨੂੰ ਆਤਮ ਹੱਤਿਆ ਕਰਨ ਦੀ ਪ੍ਰੇਰਣਾ ਦੇ ਰਹੇ ਹੋ, ਉਹ ਵੀ ਧਰਮ ਦੇ ਪਰਦੇ ਹੇਠ। ਕਬੀਰ ਜੀ ਕਹਿੰਦੇ ਨੇ ਨਹੀਂ, ਮੈਂ ਵੀ ਟਿਕਾਣਾ ਤਾਂ ਬਣਾਇਆ ਹੈ, ਪਰ ਜੈਸਾ ਹਰ ਹੀ ਹੋਏ ਦੀ ਅਵਸਥਾ ਵਾਲੀ ਸਟੇਜ ਮੈਨੂੰ ਮਿਲ ਗਈ ਹੈ ਤੇ ਉਸ ਪੱਤਣ ਤੇ ਉਸ ਘਾਟ ਤੇ ਮੈਂ ਟਿਕਾਣਾ ਕੀਤਾ ਹੈ, ਜਿੱਥੇ ਮਾਇਆ ਦੇ ਪਦਾਰਥਾਂ ਦੇ ਫੁਰਨਿਆਂ ਤੋਂ ਤ੍ਰਿਸ਼ਨਾ ਵੱਲੋਂ ਬਿਲਕੁਲ ਸੁੰਝ ਹੈ। ਮੈਂ ਉਸ ਅਸਥਾਨ ਤੇ ਟਿਕ ਗਿਆ। ਇਹੀ ਮੇਰੇ ਲਈ ਗੰਗਾ ਜਮਨਾ ਦੇ ਪਾਣੀਆਂ ਦਾ ਮਿਲਾਪ ਹੈ। ਇੱਥੇ ਗੰਭੀਰਤਾ ਹੈ, ਸ਼ਾਂਤੀ ਹੈ। ਇਸ ਅਸਥਾਨ ਨੂੰ ਰਿਸ਼ੀ ਲੋਕ ਭਾਲਦੇ ਰਹੇ ਨੇ ਕਿ ਕਿਵੇਂ ਇਸ ਸਟੇਜ ਨੂੰ ਪਾਇਆ ਜਾਏ। ਕਬੀਰ ਜੀ ਦੀ ਗੰਗਾ ਜਮਨਾ ਦਾ ਮਿਲਾਪ ਸਮਝਣ ਵਾਲਾ ਹੈ। ਉਹਨਾਂ ਖੁਦ ਲਿਖਿਆ ਹੈ, ਉਲਟੀ ਗੰਗਾ ਜਮਨ ਮਿਲਾਵਾਂ, ਬਿਨ ਜਲ ਸੰਗਮ ਮਨ ਮਹਿਨਾਵਾਂ। ਬਿਨ ਜਲ ਸੰਗਮ, ਇੱਥੇ ਪਾਣੀ ਦਾ ਕੋਈ ਸਵਾਲ ਹੀ ਨਹੀਂ। ਕਬੀਰ ਜੀ ਜਿਸ ਇਸ਼ਨਾਨ ਦੀ ਚਰਚਾ ਕਰ ਰਹੇ ਹਨ, ਬਿਨ ਜਲ ਸੰਗਮ ਮਨ ਮਹਿਨਾਵਾਂ, ਮੈਂ ਆਪਣੇ ਅੰਦਰ ਇਸ਼ਨਾਨ ਕਰ ਰਿਹਾ। ਬਾਹਰ ਦੇ ਇਸ਼ਨਾਨ ਦੀ ਆਪਣੀ ਮਹਾਨਤਾ ਹੈ ਸਰੀਰ ਨੂੰ ਸਾਫ਼ ਰੱਖਣ ਵਾਸਤੇ, ਅੰਦਰਲੇ ਇਸ਼ਨਾਨ ਦੀ ਆਪਣੀ ਮਹੱਤਤਾ ਹੈ ਜ਼ਿੰਦਗੀ ਨੂੰ ਪਵਿੱਤਰ ਬਣਾਉਣ ਵਾਸਤੇ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੰਗਾ ਜਮਨਾ ਦਾ ਸਰੂਪ ਆਪਣੀ ਬਾਣੀ ਵਿੱਚ ਬਿਆਨਿਆ। ਇੱਕੋ ਪੰਕਤੀ ਵਿੱਚ ਉਹਨਾਂ ਨੇ ਫੈਸਲਾ ਦੇ ਦਿੱਤਾ, ਗੰਗ ਬਨਾਰਸ ਸਿਫਤ ਤੁਮਾਰੀ, ਨਾਵੈ ਆਤਮ ਰਾਓ। ਇਹ ਗੰਗਾ, ਇਹ ਬਨਾਰਸ ਦੀ ਨਗਰੀ ਮੇਰੇ ਵਾਸਤੇ ਕਿਧਰੇ ਬਾਹਰ ਨਹੀਂ। ਸਿਫਤ ਤੁਮਾਰੀ, ਐ ਮੇਰੇ ਮਾਲਕ ਪ੍ਰਭੂ, ਜਿਸ ਵਿਅਕਤੀ ਦਾ ਵੀ ਇੱਥੇ ਤੇਰੀ ਸਿਫਤ ਵਿੱਚ ਸੁਰਤ ਦਾ ਵਾਸ ਹੋ ਗਿਆ ਹੈ, ਦਰਅਸਲ ਉਹ ਬਨਾਰਸ ਦਾ ਵਾਸੀ ਹੈ। ਅਸਲੀ ਬਨਾਰਸ ਉਹ ਹੈ ਜਿੱਥੇ ਬਸਿਆਂ ਹੋਇਆਂ ਰਸ ਮਿਲਦਾ ਹੈ। ਉਸ ਨੂੰ ਭਗਤ ਰਵਿਦਾਸ ਜੀ ਨੇ ਬੇਗਮਪੁਰਾ ਆਖਿਆ ਹੈ, ਜਿੱਥੇ ਕੋਈ ਗਮ ਨਹੀਂ, ਕੋਈ ਚਿੰਤਾ ਨਹੀਂ, ਆਨੰਦ ਹੀ ਆਨੰਦ ਹੈ। ਨਾਵੈ ਆਤਮ ਰਾਓ, ਇਸ਼ਨਾਨ ਵੀ ਸਰੀਰ ਦਾ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ, ਮਨ ਦਾ ਇਸ਼ਨਾਨ ਮੈਂ ਇੱਥੇ ਕਰਵਾ ਰਿਹਾ। ਇਹੀ ਖਿਆਲ ਕਬੀਰ ਸਾਹਿਬ ਨੇ ਦਿੱਤਾ ਹੈ, ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮਹਿਨਾਵੋ।
ਜਮਨਾ ਦੇ ਇਸ਼ਨਾਨ ਦੀ ਲੋੜ ਨਹੀਂ, ਐਸੀ ਅਵਸਥਾ ਤੇ ਪਹੁੰਚ ਜਾਓ ਜਿੱਥੇ ਜਮ ਨਾ ਰਹੇ, ਭਾਵ ਜਮ ਦਾ ਕੋਈ ਡਰ ਨਾ ਰਹੇ। ਇਹ ਤਾਂ ਸੰਸਾਰ ਵਿੱਚ ਇੱਕ ਪ੍ਰਚਲਿਤ ਰਹੀ ਬਾਤ ਹੈ ਕਿ ਲੋਕਾਂ ਨੂੰ ਪੁਜਾਰੀ ਸ਼੍ਰੇਣੀ ਪ੍ਰੇਰਿਤ ਕਰਦੀ ਰਹੀ ਕਿ ਜਿੱਥੇ ਅਸੀਂ ਬੈਠੇ ਹਾਂ ਇੱਥੇ ਆਓਗੇ, ਸਾਡੇ ਕਹੇ ਦੇ ਮੁਤਾਬਕ ਕਰਮਕਾਂਡ ਕਮਾਓਗੇ ਤਾਂ ਬਹੁਤ ਭਲਾ ਹੋਵੇਗਾ। ਸਿਆਣੇ ਲੋਕਾਂ ਨੇ ਕੁਝ ਗੱਲਾਂ ਤਾਂ ਬਹੁਤ ਸਮਝਦਾਰੀ ਦੀਆਂ ਉਲੀਕੀਆਂ ਸਨ। ਤਰੀਕਾ ਉਹੀ ਅਖਤਿਆਰ ਕਰਨਾ ਪੈਣਾ ਸੀ ਸਮਝਾਉਣ ਵਾਸਤੇ ਜੋ ਆਮ ਉਸ ਵੇਲੇ ਦੀ ਜਨਤਾ ਦੀ ਸਮਝ ਵਿੱਚ ਆ ਸਕੇ। ਸਰਦੀਆਂ ਵਿੱਚ ਆਮ ਮਨੁੱਖ ਇਸ਼ਨਾਨ ਤੋਂ ਘਬਰਾਉਂਦਾ ਹੈ। ਮਹਾਨਤਾ ਦੱਸ ਦਿੱਤੀ ਗਈ ਕਿ ਉਹ ਮਾਘ ਵਿੱਚ ਪਾਲਾ ਹੁੰਦਾ ਹੈ, ਮਾਘੀ ਦੇ ਦਿਨ ਜ਼ਰੂਰ ਇਸ਼ਨਾਨ ਕਰੋ, ਵਧੇਰੇ ਪੁੰਨ ਫਲ ਹੈ। ਮਤਲਬ ਤਾਂ ਇੰਨਾ ਹੀ ਸੀ, ਮਨੁੱਖ ਦੇ ਅੰਦਰ ਇਸ਼ਨਾਨ ਲਈ ਉਦਮ ਬਣਿਆ ਰਹੇ। ਫਿਰ ਪੁਜਾਰੀਆਂ ਨੇ ਗੱਲ ਹੋਰ ਵਧਾ ਲਈ, ਜਿੱਥੇ ਅਸੀਂ ਬੈਠੇ ਹਾਂ ਜੇ ਪ੍ਰਾਗਰਾਜ ਤੇ ਆ ਕੇ ਇਸ਼ਨਾਨ ਕਰੋਗੇ ਫਲ ਵਧੇਰੇ ਹੋਵੇਗਾ। ਮਨੁੱਖ ਸੋਚਦਾ ਇੱਕ ਟੁਬਕੀ ਹੀ ਲਾਉਣੀ ਹੈ ਨਾ, ਫਲ ਮਿਲਣਾ ਚਾਹੀਦਾ ਹੈ। ਅਸੀਂ ਆਸਾਨ ਢੰਗ ਨਾਲ ਵਧੇਰੇ ਫਲ ਚਾਹੁੰਦੇ ਹਾਂ। ਦਰਅਸਲ ਪ੍ਰੇਰਨਾ ਇੰਨੀ ਹੀ ਸੀ ਕਿ ਸਰਦੀ ਵਿੱਚ ਵੀ ਮਨੁੱਖ ਇਸ਼ਨਾਨ ਤੋਂ ਆਲਸ ਨਾ ਕਰੇ। ਤਿੱਬਤ ਦੇ ਲਾਮਿਆਂ ਦੇ ਗ੍ਰੰਥ ਆਖਦੇ ਹਨ, ਸਾਲ ਵਿੱਚ ਇੱਕ ਵਾਰੀ ਇਸ਼ਨਾਨ ਕਰ ਲੈਣਾ ਧਰਮ ਕਰਮ ਹੈ, ਕਿਉਂਕਿ ਹੱਥ ਦੀ ਠੰਡ ਵਿੱਚ ਨੇ ਹਰ ਰੋਜ਼ ਨਾ ਪਸੀਨਾ ਆਉਣਾ ਹੈ, ਨਾ ਇਸ਼ਨਾਨ ਦੀ ਜ਼ਰੂਰਤ ਪੈਣੀ ਹੈ। ਸਾਲ ਵਿੱਚ ਇੱਕ ਵਾਰੀ। ਸਾਡੇ ਦੇਸ਼ ਵਿੱਚ ਗਰਮੀ ਸੀ, ਰੋਜ਼ ਇੱਕ ਦੇ ਥਾਂ ਭਾਵੇਂ 2 ਵਾਰੀ ਇਸ਼ਨਾਨ ਕਰੋ। ਸਿਆਲਾਂ ਵਿੱਚ ਕੋਈ ਮਨੁੱਖ ਆਲਸ ਨਾ ਕਰੇ, ਉਸ ਨੂੰ ਪ੍ਰੇਰਨਾ ਦੇ ਦਿੱਤੀ ਗਈ। ਪਰ ਕਰਮਕਾਂਡੀ ਮਨੁੱਖ ਤੀਰਥ ਇਸ਼ਨਾਨ ਦੇ ਭਰਮ ਵਿੱਚ ਪੈ ਗਿਆ, ਖਬਰੇ ਫਲ ਵਧੇਰੇ ਹੈ। ਕਹਿਰ ਦੀ ਸਰਦੀ, ਮੈਂ ਇੱਕ ਕਹਾਣੀ ਸੁਣੀ ਹੈ। ਕਹਿਰ ਦੀ ਸਰਦੀ, ਮਾਘੀ ਦਾ ਦਿਨ, ਬਾ ਮੁਸ਼ਕਿਲ ਇੱਕ ਟੁਬਕੀ ਲਗਾਈ, ਤੀਰਥ ਅੰਦਰ ਦੰਦ ਵੱਜ ਗਏ। ਬਾਹਰ ਨਿਕਲ, ਬਸਤਰ ਪਹਿਨ, ਕੰਬਲ ਦੀ ਬੁੱਕਲ ਮਾਰ ਕੇ ਇੱਕ ਪੁਜਾਰੀ ਤੁਰਿਆ ਜਾਂਦਾ ਹੈ। ਦੂਸਰਾ ਆਇਆ, ਉਸਨੇ ਦੇਖਿਆ ਠੱਕੇ ਨਾਲ, ਠੰਡ ਨਾਲ ਇਸ ਦੀ ਹਾਲਤ ਖਰਾਬ ਹੋ ਰਹੀ ਹੈ। ਜ਼ਰੂਰੀ ਤਾਂ ਨਹੀਂ ਸਾਰਾ ਸਰੀਰ ਹੀ ਪਾਣੀ ਵਿੱਚ ਡੁਬੋਣਾ। ਉਸਨੇ ਪੈਰ ਭਿਓਇਆ, ਪੈਰ ਵੀ ਪੂਰਾ ਨਹੀਂ, ਪੈਰ ਦੇ ਪੱਬ ਭੇ ਲਏ ਤੇ ਆਖਣ ਲੱਗਾ, ਪੱਬ ਨਾਤੇ ਸਭ ਨਾਤੇ, ਪੱਬ ਨਾਤੇ ਸਭ ਨਾਤੇ। ਇਹੀ ਮੰਤਰ ਰਟਦਾ ਹੋਇਆ ਵਾਪਸ ਮੁੜ ਪਿਆ। ਉਸ ਦਾ ਇਹ ਮੰਤਰ ਹੀ ਬਣ ਗਿਆ। ਦੂਜੇ ਨੇ ਦੇਖਿਆ ਠੰਡ ਇਹ ਵੀ ਮਹਿਸੂਸ ਕਰਦਾ ਹੈ, ਉਸਨੇ ਇਸ ਨੂੰ ਗਲਵੱਕੜੀ ਪਾ ਲਈ। ਆਖਣ ਲੱਗਾ, ਤੁਮ ਨਾਤੇ ਹਮ ਨਾਤੇ, ਤੁਮ ਨਾਤੇ ਹਮ ਨਾਤੇ। ਕਰਮ ਕਾਂਡ ਦੀ ਦੁਨੀਆ ਵਿੱਚ ਇਸ ਤਰ੍ਹਾਂ ਹੁੰਦਾ ਹੀ ਰਿਹਾ ਹੈ। ਕੋਈ ਕਰੇ ਕੁਝ, ਫਲ ਸਾਨੂੰ ਮਿਲ ਜਾਏ। ਬਾਹਰ ਦੇ ਕਿਸੇ ਵੀ ਤੀਰਥ ਦਾ ਪਾਣੀ ਕਿਸੇ ਵੀ ਵੇਲੇ ਪ੍ਰਦੂਸ਼ਿਤ ਹੋ ਸਕਦਾ ਹੈ, ਗੰਦਾ ਹੋ ਸਕਦਾ ਹੈ ਕਿ ਉਹ ਇਸ਼ਨਾਨ ਦੇ ਕਾਬਲ ਵੀ ਨਾ ਰਹੇ, ਖੇਤੀਬਾੜੀ ਦੇ ਯੋਗ ਵੀ ਨਾ ਰਹੇ, ਪੀਣਾ ਤਾਂ ਦੂਰ ਦੀ ਬਾਤ। ਲੇਕਿਨ ਸੁਰਤ ਸਿਮਰਨ ਦੇ ਮਿਲਾਪ ਵਾਲਾ ਤੀਰਥ ਜੋ ਹੈ ਇਹ ਕਦੀ ਮੈਲਾ ਨਹੀਂ ਹੁੰਦਾ। ਕਬੀਰ ਜੀ ਉਸ ਦੀ ਚਰਚਾ ਕਰ ਰਹੇ ਹਨ। ਸੁਰਤ ਸਿਮਰਨ ਦੇ ਮਿਲਾਪ ਦੇ ਤੀਰਥ ਤੇ ਜੋ ਟਿਕ ਗਿਆ, ਲੱਖ ਕੋਈ ਯਤਨ ਕਰੇ ਉਸ ਨੂੰ ਮੈਲਿਆਂ ਕਰਨ ਦਾ, ਉਹ ਮੈਲਾ ਨਹੀਂ ਹੋਵੇਗਾ। ਭਗਤਾਂ ਨੂੰ ਕਿਤਨੇ ਲਾਲਚ ਦੇ ਕੇ, ਤ੍ਰਿਸ਼ਨਾ ਸਾਹਮਣੇ ਰੱਖ, ਡਰ ਦੇ ਕੇ ਮਾਰਗ ਤੋਂ ਥੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ, ਪਰ ਕਿਸ ਨੂੰ ਕਾਮਯਾਬੀ ਮਿਲੀ? ਕਦੀ ਵੀ ਨਹੀਂ। ਇਸ ਨੂੰ ਮੈਲਾ ਨਹੀਂ ਕੀਤਾ ਜਾ ਸਕਦਾ। ਕਬੀਰ ਜੀ ਉਸ ਅਵਸਥਾ ਦਾ ਜ਼ਿਕਰ ਕਰ ਰਹੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਵਿੱਚ
ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ, ਐਸੀ ਹੀ ਘਟਨਾ ਦਾ, ਜਿੱਥੇ ਸੁਰਤ ਸਿਮਰਨ ਦੇ ਮਿਲਾਪ ਦੇ ਤੀਰਥ ਦੀ ਪਵਿੱਤਰਤਾ ਦਾ ਰੂਪ ਤੁਹਾਨੂੰ ਦਿਖਾਈ ਦੇਵੇਗਾ। ਬਹੁਤ ਸਾਰੇ ਲੋਕ ਇਹ ਆਖਦੇ ਸਨ ਕਿ ਪਿਆਰ ਤੇ ਯੁੱਧ ਵਿੱਚ ਸਭ ਕੁਝ ਜਾਇਜ਼ ਹੈ। ਸਤਿਗੁਰੂ ਜੀ ਨੇ ਆਖਿਆ ਨਹੀਂ, ਸਭ ਕੁਝ ਜਾਇਜ਼ ਨਹੀਂ। ਤੁਸੀਂ ਯੁੱਧ ਵਿੱਚ ਜਾ ਕੇ ਕੋਈ ਗੁਨਾਹ ਕਰੋ, ਨਿਹੱਥੇ ਤੇ ਵਾਰ ਕਰੋ, ਇਸਤਰੀ ਤੇ ਵਾਰ ਕਰੋ, ਐਸਾ ਨਹੀਂ। ਸਤਿਗੁਰੂ ਜੀ ਨੇ ਤਾਕੀਦਾਂ ਕੀਤੀਆਂ, ਨਿਹੱਥੇ ਤੇ ਵਾਰ ਨਹੀਂ ਕਰਨਾ, ਰਣ ਵਿੱਚ ਜਾ ਕੇ ਵੀ ਨਹੀਂ ਕਰਨਾ, ਇਸਤਰੀ ਤੇ ਵਾਰ ਨਹੀਂ ਕਰਨਾ, ਬੱਚੇ ਤੇ ਵਾਰ ਨਹੀਂ ਕਰਨਾ, ਡਿੱਗੇ ਤੇ ਵਾਰ ਨਹੀਂ ਕਰਨਾ। ਜੋ ਤੁਹਾਡੇ ਸਿਰ ਹੀ ਆਣ ਪਿਆ ਹੈ ਉਸ ਦਾ ਜਵਾਬ ਤਾਂ ਦੇਣਾ ਹੋਵੇਗਾ। ਲੇਕਿਨ ਹਰ ਗੱਲ ਜਾਇਜ਼ ਨਹੀਂ ਹੈ ਯੁੱਧ ਵਿੱਚ, ਨਾ ਪਿਆਰ ਵਿੱਚ ਹੀ। ਸਿਧਾਂਤ ਤੇ ਪਹਿਰਾ ਪੂਰਾ ਦੇਣਾ ਹੈ, ਅਟਲ ਤੇ ਅਡੋਲ ਰਹਿਣਾ ਹੈ। ਇੱਕ ਦਿਨ ਕੁਝ ਸਿੱਖਾਂ ਨੇ ਮਨ ਵਿੱਚ ਕੋਈ ਫੁਰਨਾ ਆਇਆ ਹੋਵੇਗਾ, ਪ੍ਰਸ਼ਨ ਕਰ ਦਿੱਤਾ ਕਿ ਕਲਗੀਧਰ ਪਾਤਸ਼ਾਹ, ਇੱਕ ਮਨ ਵਿੱਚ ਫੁਰਨਾ ਉੱਠਦਾ ਹੈ, ਛੁਪਾਈਏ ਤਾਂ ਵੀ ਗੁਨਾਹਗਾਰ ਹਾਂ, ਪ੍ਰਗਟਾਉਂਦਿਆਂ ਵੀ ਲੱਜਾ ਆਉਂਦੀ ਹੈ। ਸਤਿਗੁਰੂ ਕਿਰਪਾਲੂ ਸਨ। ਹਜ਼ੂਰ ਨੇ ਫਰਮਾਇਆ, ਮਨ ਵਿੱਚ ਰੱਖੋਗੇ ਉਹ ਸ਼ੰਕਾ ਹੌਲੀ ਹੌਲੀ ਵੱਧਦਾ ਜਾਏਗਾ। ਕੌਣ ਜਾਣੇ ਕੈਸਾ ਰੂਪ ਅਖਤਿਆਰ ਕਰ ਜਾਏ। ਇਸ ਲਈ ਤੁਸੀਂ ਆਪਣਾ ਸ਼ੰਕਾ ਨਿਵਰਤ ਕਰਨ ਲਈ ਦਿਲ ਦੀ ਗੱਲ ਦੱਸੋ। ਉਹਨਾਂ ਆਖਿਆ, ਜੀ ਗੱਲ ਬੜੀ ਸਾਫ਼ ਹੈ, ਤੁਸੀਂ ਸਿੱਖ ਨੂੰ ਇੱਕ ਕਰੈਕਟਰ ਦਿੱਤਾ ਹੈ, ਰਹਿਤਾਂ ਦਰਸਾਈਆਂ ਨੇ, ਕੁਰਹਿਤਾਂ ਤੋਂ ਬਚਣ ਦਾ ਉਪਦੇਸ਼ ਦਿੱਤਾ ਹੈ। ਲੇਕਿਨ ਜੋ ਕੁਝ ਅਸੀਂ ਦੇਖ ਰਹੇ ਹਾਂ, ਇਹ ਜਰਵਾਣੇ ਤੁਰਕ ਹਿੰਦੂ ਬਹੂ ਬੇਟੀਆਂ ਨੂੰ ਉਠਾ ਕੇ ਲੈ ਜਾਂਦੇ ਨੇ, ਤਿਨਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਜਾਂਦਾ ਹੈ। ਗੁਨਾਹ ਹੈ, ਪਾਪ ਹੈ। ਅਸੀਂ ਮਜ਼ਲੂਮ ਦੀ ਰੱਖਿਆ ਲਈ ਖੜੇ ਹਾਂ। ਤੁਹਾਡਾ ਹੁਕਮ ਹੈ ਗਰੀਬਾਂ, ਕਮਜ਼ੋਰਾਂ, ਲਿਤਾੜਿਆਂ ਦੇ ਪੱਖ ਵਿੱਚ ਖੜੇ ਹੋਣਾ। ਅਸੀਂ ਖੜੇ ਹੋ ਜਾਂਦੇ ਹਾਂ। ਕਈ ਵਾਰੀ ਐਸਾ ਮੌਕਾ ਵੀ ਬਣ ਜਾਂਦਾ ਹੈ ਕਿ ਇਹ ਜਰਵਾਣੇ ਤੁਰਕ ਛੱਡ ਕੇ ਕੈਂਪ ਦੌੜ ਜਾਣ। ਇਹਨਾਂ ਦੀਆਂ ਵੀ ਤਾਂ ਬਹੂ ਬੇਟੀਆਂ ਹਨ, ਸਾਡੇ ਹੱਥ ਲੱਗ ਜਾਵਣ। ਜੇ ਬਦਲਾ ਲੈਣ ਦੀ ਨੀਤੀ ਮਨ ਵਿੱਚ ਉੱਠੇ, ਉਹ ਹਿੰਦੁਸਤਾਨ ਦੀਆਂ ਬਹੂ ਬੇਟੀਆਂ ਦਾ ਸਤ ਭੰਗ ਕਰਨ ਵਾਲਿਆਂ ਤੋਂ ਤੇ ਉਹਨਾਂ ਦੀਆਂ ਬਹੂ ਬੇਟੀਆਂ ਨਾਲ ਵੀ ਉਹੀ ਵਿਵਹਾਰ ਕੀਤਾ ਜਾਏ ਤਾਂ ਤੁਸੀਂ ਰੋਕਦੇ ਹੋ। ਕਾਰਨ ਕੀ ਹੈ? ਸਾਨੂੰ ਥੋੜ੍ਹਾ ਸਪਸ਼ਟ ਤਾਂ ਕਰੋ। ਇਹ ਹੱਕ ਕਿਉਂ ਨਹੀਂ ਹਿੰਦੁਸਤਾਨ ਦੇ ਵਾਸੀਆਂ ਨੂੰ ਤੁਸੀਂ ਦੇ ਰਹੇ? ਬਦਲਾ ਲੈਣ ਦਾ ਵੀ ਅਧਿਕਾਰ ਨਹੀਂ। ਸਤਿਗੁਰੂ ਜੀ ਨੇ ਆਖਿਆ, ਮੈਂ ਤੁਹਾਡੇ ਤੇ ਨਾਰਾਜ਼ ਨਹੀਂ ਕਿ ਤੁਸੀਂ ਐਸਾ ਸਵਾਲ ਕਿਉਂ ਪੁੱਛਿਆ ਹੈ। ਆਖਰ ਇਨਸਾਨ ਹੋ, ਮਨ ਵਿੱਚ ਕੋਈ ਖਿਆਲ ਆਇਆ ਹੈ, ਪੁੱਛ ਲਿਆ ਹੈ, ਚੰਗੀ ਗੱਲ ਹੈ। ਮੈਂ ਕਾਰਨ ਦੱਸ ਦਿੰਦਾ ਹਾਂ ਕਿ ਕਿਉਂ ਰੋਕਿਆ ਜਾਂਦਾ ਹੈ, ਤੇ ਰੋਕਣਾ ਲਾਜ਼ਮੀ ਹੈ। ਜੇ ਇੱਕ ਆਦਮੀ ਚਿੱਕੜ ਵਿੱਚ ਡਿੱਗਦਾ ਹੈ, ਗੁਨਾਹ ਕਰਦਾ ਹੈ, ਤੇ ਮੈਂ ਤੁਹਾਨੂੰ ਗੁਨਾਹ ਕਰਨ ਦੀ ਇਜਾਜ਼ਤ ਕਿਵੇਂ ਦੇ ਦੇਵਾਂ? ਇਤਿਹਾਸ ਦੀਆਂ ਪੰਕਤੀਆਂ ਨੇ, ਪੁੰਨ ਸਿੰਘਨ ਬੂਝਨ ਗੁਣ ਖਾਨੀ, ਸਗਲ ਤੁਰਕ ਉਗਵੈ ਹਿੰਦਵਾਨੀ, ਸਿੱਖ ਬਦਲਾ ਲੈ ਭਲਾ ਜਣਾਵੈ, ਗੁਰੂ ਸ਼ਾਸਤਰ ਕਿਉਂ ਵਰਜ ਹਟਾਵੈ। ਤੁਹਾਡਾ ਉਪਦੇਸ਼ ਵੀ ਸਾਨੂੰ ਇਸ ਕੰਮੋਂ ਰੋਕਦਾ ਹੈ, ਜ਼ਾਤੀ ਤੌਰ ਤੇ ਵੀ ਤੁਸੀਂ ਰੋਕਦੇ ਹੋ। ਸਤਿਗੁਰੂ ਜੀ ਨੇ ਜਵਾਬ ਦਿੱਤਾ, ਸੁਨ ਸਤਿਗੁਰ ਬੋਲੇ ਤਿਸ ਬੇਰੇ, ਹਮ ਲੈ ਜਾਣੋ ਪੰਥ ਉਚੇਰੇ। ਮੈਂ ਪੰਥ ਨੂੰ ਵਿਕਾਰਾਂ ਦੀਆਂ ਖੱਡਾਂ ਵਿੱਚ ਸੁੱਟਣ ਵਾਸਤੇ ਨਹੀਂ,
ਮੈਂ ਇਨਸਾਨ ਨੂੰ ਇੰਨੀ ਬੁਲੰਦਗੀ ਤੇ ਉਚਾਈ ਤੇ ਲੈ ਜਾਣਾ ਚਾਹੁੰਦਾ ਹਾਂ ਕਿ ਉਹ ਰੱਬ ਨਾਲ ਇੱਕ ਹੋ ਜਾਏ, ਅਭੇਦ ਹੋ ਜਾਏ। ਇਹ ਗੁਨਾਹ ਇਖਲਾਕ ਤੋਂ ਗਿਰਨ ਦੇ ਕਿਸੇ ਵੀ ਕਰਮ ਲਈ ਮੈਂ ਕਦੀ ਵੀ ਖੁੱਲ੍ਹ ਨਹੀਂ ਦੇਵਾਂਗਾ। ਹਮ ਲੈ ਜਾਣੋ ਪੰਥ ਉਚੇਰੇ, ਅਸਾਂ ਪੰਥ ਉੱਚਾ ਲੈ ਕੇ ਜਾਣਾ ਹੈ। ਨਾ ਹੈ ਅਧੋਗਤੀ ਵਿਖੇ ਪਹੁੰਚਾਵੇ, ਜਾਂ ਤੇ ਕਲਮਲ ਕਰਨ ਹਟਾਵੇ। ਤੁਹਾਨੂੰ ਅਧੋਗਤੀ ਵਿੱਚ ਲੈ ਕੇ ਖੱਡ ਵਿੱਚ ਸੁੱਟਣ ਵਾਸਤੇ ਮੇਰੀ ਜ਼ਿੰਮੇਵਾਰੀ ਨਹੀਂ ਹੈ, ਬਚਾਉਣ ਦੀ ਡਿਊਟੀ ਹੈ। ਮੈਂ ਆਇਆ ਹੀ ਸੰਸਾਰ ਤੇ ਇਨਸਾਨ ਨੂੰ ਭਗਵਾਨ ਨਾਲ ਜੋੜਨ ਵਾਸਤੇ। ਮੈਂ ਕਾਲੇ ਕੰਮ ਕਰਨ ਦੀ ਇਜਾਜ਼ਤ ਕਿਵੇਂ ਦੇ ਦੇਵਾਂ? ਬਿਲਕੁਲ ਨਹੀਂ। ਇਖਲਾਕ ਉੱਚਾ ਰੱਖਣਾ ਹੈ। ਇਸ ਸੁਰਤ ਨੂੰ ਕੌਣ ਮੈਲਿਆਂ ਕਰ ਸਕਦਾ ਹੈ? ਘੱਲੂਘਾਰਿਆਂ ਦੇ ਦਿਨਾਂ ਵਿੱਚ ਵੀ ਲੋਕਾਂ ਦੀ ਜ਼ਬਾਨ ਤੇ ਇਹ ਗੱਲ ਸੀ। ਹਿੰਦੁਸਤਾਨ ਦੀਆਂ ਬਹੂ ਬੇਟੀਆਂ ਦੀ ਰਸਨਾ ਤੇ ਇਹ ਗੱਲ ਬਾਤ ਸੀ, ਆਏ ਨੀ ਨਿਹੰਗ ਬੂਹਾ ਖੋਲ੍ਹਦੇ ਨਿਸ਼ੰਗ। ਕੋਈ ਡਰ ਨਹੀਂ। ਇਹ ਇੱਜ਼ਤ ਦੀ ਰਾਖੀ ਕਰਨ ਵਾਲੇ ਨੇ। ਇਸ ਤੀਰਥ ਨੂੰ ਕਦੀ ਮੈਲਿਆਂ ਨਹੀਂ ਕੀਤਾ ਜਾ ਸਕਦਾ। ਕਬੀਰ ਜੀ ਕਹਿੰਦੇ ਨੇ, ਮੈਂ ਤਾਂ ਇਸ ਤੀਰਥ ਤੇ ਆਪਣਾ ਮੱਠ ਬਣਾ ਲਿਆ ਹੈ, ਇਸ ਘਾਟ ਤੇ ਟਿਕ ਗਿਆ। ਕੋਈ ਸੱਜੀ ਖੱਬੀ ਨਾਸ ਤੋਂ ਸਵਾਸ ਲੈ ਕੇ ਵਿਚਕਾਰ ਟਿਕਣ ਦੀ ਇਹ ਬਾਤ ਨਹੀਂ ਹੈ। ਇਹ ਇੱਕ ਜ਼ਿੰਦਗੀ ਦੇ ਬੈਲੈਂਸ ਦੀ ਗੱਲ ਹੈ। ਜਿੱਥੇ ਪਦਾਰਥ ਵਿੱਚ ਵਿਚਰਦਾ ਹਾਂ, ਪਰਮਾਤਮਾ ਨਾਲ ਜੁੜਿਆ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਇਹੀ ਫਰਮਾਇਆ ਸੀ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਮੈਂ ਦੁਨੀਆ ਦਾ ਠਾਠਾ ਬਾਗਾ ਵੀ ਛੱਡ ਨਹੀਂ ਦਿੱਤਾ, ਲੇਕਿਨ ਸੁਰਤ ਸਿਰਜਣਹਾਰ ਨਾਲ ਜੁੜੀ ਹੋਈ ਹੈ। ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੋ ਜੈਸੇ ਜਲ ਮਹਿ ਕੌਲਾ। ਬਾਹਰ ਸੰਸਾਰ ਦੇ ਕੰਮ ਕਾਜ ਵੀ ਕਰਦਾ ਹਾਂ, ਦੁਨੀਆ ਦੀਆਂ ਦੁਨਿਆਵੀ ਜ਼ਿੰਮੇਵਾਰੀਆਂ ਵੀ ਨਿਭਾਉਂਦਾ, ਲੇਕਿਨ ਮੇਰੇ ਜਿਉਣ ਦਾ ਢੰਗ ਇਹ ਹੈ, ਅਲਿਪਤ ਰਹੋ ਜੈਸੇ ਜਲ ਮਹਿ ਕੌਲਾ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਹੀ ਰਹੇ, ਪਰ ਅਭਿੱਜ ਨਿਰਲੇਪ ਰਹੇ। ਮੈਂ ਸੰਸਾਰ ਵਿੱਚ ਵਿਚਰਦਾ ਹਾਂ, ਪਰ ਸਿਰਜਣਹਾਰ ਨਾਲ ਜੁੜਿਆ ਹੋਇਆ ਹਾਂ। ਇਹ ਹੈ ਸੁਰਤ ਤੇ ਸਿਮਰਨ ਦੇ ਮਿਲਾਪ ਵਾਲਾ ਘਾਟ। ਇਹ ਹੈ ਗੰਗਾ ਜਮਨਾ ਦਾ ਮਿਲਾਪ। ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮਹਿ ਨਾਵੋ। ਇੱਥੇ ਬਾਹਰ ਦੇ ਪਾਣੀ ਦਾ ਕੋਈ ਪ੍ਰਸ਼ਨ ਹੀ ਨਹੀਂ। ਮੇਰਾ ਤ੍ਰਿਵੇਣੀ ਇਸ਼ਨਾਨ ਇਹੀ ਹੈ। ਕਬੀਰ ਜੀ ਕਹਿੰਦੇ ਹਨ, ਮੈਂ ਇੱਥੇ ਟਿਕਾਣਾ ਬਣਾ ਲਿਆ ਹੈ। ਇਹ ਮੱਠ ਕੰਮ ਆਉਣ ਵਾਲਾ ਹੈ। ਦੁਨੀਆ ਵਿੱਚ ਬੜੇ ਮੱਠ ਸਾਧੂਆਂ ਨੇ ਬਣਾਏ ਨੇ, ਜਿਨ੍ਹਾਂ ਨੂੰ ਡੇਰੇ ਆਖਦੇ ਨੇ। ਕਬੀਰ ਜੀ ਕਹਿੰਦੇ ਨੇ, ਨਹੀਂ, ਦੁਨੀਆ ਹੀ ਕਿਸੇ ਦਾ ਡੇਰਾ ਨਹੀਂ, ਮੱਠ ਨਹੀਂ। ਦੁਨੀਆ ਦੇ ਬਣਾਏ ਡੇਰੇ ਤੇ ਮੱਠ ਕਿੱਥੇ ਕੰਮ ਆਉਣੇ ਨੇ? ਗੁਰਬਾਣੀ ਅੰਦਰ ਜ਼ਿਕਰ ਆਇਆ ਹੈ, ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਨ। ਉਹ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਨ। ਕਬੀਰ ਜੀ ਕਹਿੰਦੇ ਨੇ, ਮੈਂ ਵੀ ਇੱਕ ਮੱਠ ਤਾਂ ਬਣਾਇਆ, ਪਰ ਉਹ ਬਾਹਰ ਨਹੀਂ। ਉਹ ਸੁਰਤੀ ਦਾ ਸਿਰਜਣਹਾਰ ਨਾਲ ਜੁੜ ਜਾਣਾ ਹੈ, ਜਿੱਥੇ ਸਦਾ ਪਵਿੱਤਰਤਾ ਹੈ, ਜੋ ਸਥਾਨ ਸਦਾ ਕਾਇਮ ਹੈ। ਪ੍ਰਭੂ ਚਰਨਾਂ ਦੀ ਮੌਜ ਨੂੰ ਕੌਣ ਮਿਟਾ ਸਕਿਆ ਹੈ? ਕਿਸੇ ਕਾਲ ਦੀ ਕੋਈ ਸਮਰੱਥਾ ਨਹੀਂ ਉਸ ਅਵਸਥਾ ਨੂੰ ਖਤਮ ਕਰ ਸਕੇ। ਮੈਂ ਉੱਥੇ ਮੱਠ ਬਣਾ ਲਿਆ ਹੈ, ਟਿਕਾਣਾ ਬਣਾ ਲਿਆ ਹੈ। ਤੇ ਸਭ ਰਿਸ਼ੀ ਜਿਸ ਦੇ ਅੰਦਰ ਵੀ ਸਾਧਨਾ ਦਾ ਖਿਆਲ ਉਪਜਿਆ, ਸਾਧਨਾ ਦੇ ਰਾਹ ਤੁਰਿਆ, ਦਰਅਸਲ ਉਹ ਇਸੇ ਟਿਕਾਣੇ 'ਤੇ ਪੁੱਜਣਾ ਚਾਹੁੰਦਾ ਸੀ ਤੇ ਚਾਹੁੰਦਾ ਹੈ। ਮੈਂ ਉਸ ਟਿਕਾਣੇ ਨੂੰ ਪਾ ਲਿਆ ਹੈ। ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਕਾਟ।
ਗੰਗਾ ਜਮਨਾ ਦੇ ਮੇਲ ਵਿੱਚ ਮੇਰੀ ਤਾਂ ਉਸ ਗੰਭੀਰ ਟਿਕਾ ਦੀ ਅਵਸਥਾ ਹੀ ਮੇਰੀ ਗੰਗਾ ਜਮਨਾ ਦਾ ਮੇਲ ਹੈ। ਨਾ ਇਸ ਨੂੰ ਊਚ ਭਵਨ ਕਨ ਕਾਮਨੀ ਡੁਲਾ ਸਕਦੇ ਨੇ, ਨਾ ਸਿਖਰ ਧਜਾ, ਨਾ ਝੂਲ ਦੇ ਝੰਡੇ। ਦੁਨੀਆ ਦੀ ਚਮਕ ਦਮਕ ਦੀ ਕੋਈ ਪਹੁੰਚ ਹੀ ਨਹੀਂ ਕਿ ਇਸ ਸੁਰਤ ਤੋਂ ਮੈਨੂੰ ਹੇਠਾਂ ਸੁੱਟ ਸਕੇ। ਕਬੀਰ ਗੰਗ ਜਮਨ ਕੇ ਅੰਤਰੇ, ਸਹਿਜ ਸੁਨ ਕੇ ਘਾਟ। ਤਹਾਂ ਕਬੀਰੈ ਮਟ ਕੀਆ, ਸਹਿਜ ਹੈ ਟਿਕਾ ਅਡੋਲਤਾ, ਜਿੱਥੇ ਕੋਈ ਫੁਰਨਾ ਨਹੀਂ ਬਚਿਆ। ਸਹਿਜ ਸੁਨ ਕੇ ਘਾਟ, ਇਹ ਘਾਟ ਅੰਦਰੂਨੀ ਹੈ। ਤਹਾਂ ਕਬੀਰੈ ਮਟ ਕੀਆ, ਘਾਟ ਤੇ ਮੱਠ ਨਹੀਂ ਬਣਾਏ ਜਾਂਦੇ। ਘਾਟ ਤੇ ਲੋਕ ਇਸ਼ਨਾਨ ਕਰਨ ਆਉਂਦੇ ਨੇ, ਤੁਰ ਜਾਂਦੇ ਨੇ, ਮੱਠ ਥੋੜ੍ਹਾ ਪਾਸੇ ਹੋਵੇਗਾ। ਕਬੀਰ ਜੀ ਕਹਿੰਦੇ ਨੇ ਨਹੀਂ, ਮੇਰਾ ਮੱਠ ਹੀ ਇੱਥੇ ਬਣ ਗਿਆ ਜਿੱਥੇ ਸਹਿਜ ਹੈ, ਸੁੰਨ ਹੈ, ਕੋਈ ਫੁਰਨਾ ਨਹੀਂ, ਕੋਈ ਤ੍ਰਿਸ਼ਨਾ ਨਹੀਂ, ਆਨੰਦ ਹੀ ਆਨੰਦ ਹੈ, ਸਦਾ ਇਸ਼ਨਾਨ ਚੱਲ ਰਿਹਾ ਹੈ ਹੀ ਪਵਿੱਤਰਤਾ ਦਾ ਬੋਲ ਬਾਲਾ ਇੱਥੇ। ਸਹਿਜ ਸੁਨ ਕੇ ਘਾਟ, ਤਹਾਂ ਕਬੀਰੈ ਮਟ ਕੀਆ, ਖੋਜਤ ਮੁਨ ਜਨ ਬਾਟ। ਮੈਂ ਉਸ ਪੱਤਣ ਤੇ ਨਿਵਾਸ ਕਰ ਲਿਆ ਹੈ ਜਿਸ ਰਸਤੇ ਨੂੰ ਮੁਨੀ ਜਨ ਰਿਸ਼ੀ ਜਨ ਖੋਜਦੇ ਹਨ। ਇਸ ਤੋਂ ਅਗਲਾ ਸ਼ਲੋਕ ਹੈ, ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭ ਹੈ ਓੜ। ਹੀਰਾ ਕਿਸ ਕਾ ਬਾਪੁਰਾ, ਪੁੱਜਹਿ ਨ ਰਤਨ ਕਰੋੜ। ਪੇੜ ਆਖਦੇ ਨੇ ਦਰਖਤ ਨੂੰ। ਕਬੀਰ ਜੈਸੀ ਉਪਜੀ ਪੇੜ ਤੇ, ਨਵ ਜਨਮੇ ਬੂਟੇ ਤੋਂ ਜਿਹੜੀ ਕੋਮਲਤਾ ਪੈਦਾ ਹੁੰਦੀ ਹੈ, ਉਹ ਕਿੰਨਾ ਕੋਮਲ ਨਿਮਰਤਾ ਵਾਲਾ ਹੁੰਦਾ ਹੈ। ਉਸ ਦੀਆਂ ਕਰੂਮਲਾਂ ਦੀ ਕੋਮਲਤਾ ਨੂੰ ਤੱਕ ਕੇ ਤੇ ਫਿਰ ਅੰਦਰਲੀ ਅਵਸਥਾ ਵੱਲ ਧਿਆਨ ਮਾਰ ਕੇ ਦੇਖੀਏ। ਜੇ ਇਸ ਤਰ੍ਹਾਂ ਦੀ ਬਣ ਜਾਏ, ਬੜੇ ਗੁਣ ਨੇ। ਪਹਿਲੀ ਗੱਲ, ਨਵੇਂ ਜੰਮੇ ਬੂਟੇ ਅੰਦਰ ਨਿਮਰਤਾ ਤਾਂ ਹੈ ਹੀ, ਬੜਾ ਕੋਮਲ ਹੈ, ਬੜਾ ਨਾਜ਼ੁਕ ਹੈ, ਕਠੋਰਤਾ ਬਿਲਕੁਲ ਨਹੀਂ। ਜ਼ਮੀਨ ਵਿੱਚੋਂ ਬਾਹਰ ਆਉਂਦਿਆਂ ਹੀ ਉਸਨੇ ਹਰਿਆਵਲ ਦਿਖਾਈ ਹੈ। ਇੱਕ ਖੇੜੇ ਦੀ ਖੁਸ਼ੀ ਦੀ ਖਬਰ ਲੈ ਕੇ ਇਹ ਨਿਮਰਤਾ ਪ੍ਰਗਟ ਹੋਈ ਹੈ। ਫਿਰ ਇਹ ਵਾਧਿਆਂ ਵੱਲ ਜਾਂਦੀ ਹੈ। ਇਸ ਨੇ ਦਿਨ ਬਾ ਦਿਨ ਸੂਰਜ ਦੀਆਂ ਕਿਰਨਾਂ ਤੋਂ ਸ਼ਕਤੀ ਪ੍ਰਾਪਤ ਕਰ, ਹਵਾਵਾਂ ਵਿੱਚੋਂ ਵੀ ਆਪਣੀ ਖੁਰਾਕ ਲੈ, ਜੜ ਜ਼ਮੀਨ ਵਿੱਚ ਟਿਕਾ ਕੇ ਉੱਪਰ ਦੀਆਂ ਬੁਲੰਦੀਆਂ ਵੱਲ ਵਧਣਾ ਹੈ। ਜੜ ਤੇ ਸਿਖਰ ਦੀ ਸਾਂਝ ਹੈ। ਜੇ ਜੜ ਨਾਲੋਂ ਟੁੱਟ ਜਾਏ ਤਾਂ ਇਸ ਦੀ ਸਾਰੀ ਕੋਮਲਤਾ ਜਾਂਦੀ ਲੱਗੇਗੀ। ਆਪਣੇ ਮੂਲ ਤੋਂ ਜੋ ਵੀ ਟੁੱਟਿਆ ਹੈ, ਉਸ ਦੀ ਕੋਮਲਤਾ ਤੇ ਹਰਿਆਵਲ ਖੁਸ਼ੀ ਕਿੱਥੇ ਬਚੀ ਹੈ? ਇਸ ਵਿੱਚ ਵਾਧਾ ਹੈ। ਇਹਨਾਂ ਕਰੂਮਲਾਂ ਨੇ ਅਜੇ ਬੁਲੰਦੀਆਂ ਵੱਲ ਜਾਣਾ ਹੈ। ਇਸ ਨਿਮਰਤਾ ਵਿੱਚ ਇੱਕ ਹੋਰ ਬੜੀ ਵੱਡੀ ਬਾਤ ਹੈ। ਹਨੇਰੀ ਚੱਲੇ, ਤੁਸੀਂ ਕਦੀ ਗੌਰ ਕਰਕੇ ਦੇਖਣਾ, ਵੱਡੇ ਵੱਡੇ ਬੂਟਿਆਂ ਨੂੰ, ਦਰਖਤਾਂ ਨੂੰ ਤਾਂ ਜੜ੍ਹਾਂ ਤੋਂ ਵੀ ਉਖਾੜ ਕੇ ਸੁੱਟ ਦਿੰਦੀ ਹੈ, ਪਰ ਨਵ ਜਨਮੇ ਬੂਟੇ ਅੰਦਰ ਇੱਕ ਨਿਮਰਤਾ ਹੈ, ਕੋਮਲਤਾ ਹੈ। ਉਹ ਹਵਾਵਾਂ ਦੇ ਰੁੱਖ ਵੱਲ ਨੂੰ ਝੁਕ ਜਾਂਦਾ ਹੈ। ਝੁਕ ਜਾਣ ਵਾਲੇ ਨੂੰ ਦੁਨੀਆ ਦਾ ਕੋਈ ਤੂਫਾਨ ਉਖਾੜਨ ਦੇ ਸਮਰੱਥ ਨਹੀਂ। ਤੇ ਜਦੋਂ ਉਸਨੇ ਝੁਕਣਾ, ਬਿਰਸ਼ ਬੁਲੰਦੀਆਂ ਵੱਲ ਜਾ ਰਿਹਾ ਹੈ, ਉਹ ਝੁਕਿਆ
ਤਾਂ ਕੁਦਰਤੀ ਗੱਲ ਹੈ ਆਪਣੀ ਜੜ ਵੱਲ ਆਏਗਾ। ਇਹ ਉਸ ਦੀ ਨਿਮਰਤਾ ਹੈ। ਇਸ ਵਿੱਚ ਹਰਿਆਵਲ ਹੈ, ਇਸ ਵਿੱਚ ਵਾਧਾ ਹੈ, ਬੁਲੰਦੀਆਂ ਵੱਲ ਜਾਂਦਾ ਹੈ। ਬੂਟੇ ਅੰਦਰ ਹੋਰ ਬੜੀ ਖੂਬੀ ਹੈ ਜੋ ਇਨਸਾਨ ਵਿੱਚ ਬਹੁਤ ਘੱਟ ਹੈ। ਇੱਕੋ ਬਗੀਚੇ ਵਿੱਚ ਗੁਲਾਬ ਦਾ ਫੁੱਲ ਵੀ ਲੱਗਾ ਹੋਵੇ, ਸਤਵਰਗ ਵੀ ਹੋਵੇ, ਗੇਂਦਾ ਹੋਵੇ, ਜੂਹੀ ਦੇ ਫੁੱਲ ਵੀ ਹੋਣ, ਕੋਈ ਫੁੱਲ ਕਿਸੇ ਦੂਜੇ ਨਾਲ ਕਦੀ ਈਰਖਾ ਨਹੀਂ ਕਰਦਾ ਦਿਖੇਗਾ। ਗੁਲਾਬ ਗੁਲਾਬ ਹੈ, ਜੂਹੀ ਜੂਹੀ ਹੈ। ਕੋਈ ਈਰਖਾ ਨਹੀਂ, ਕੋਈ ਮੁਕਾਬਲਾ ਨਹੀਂ। ਉਸਨੇ ਆਪਣੀ ਖੁਸ਼ਬੂ ਦੇਣੀ ਹੈ, ਉਸਨੇ ਆਪਣੀ ਖੁਸ਼ਬੂ ਵੰਡਣੀ ਹੈ। ਨਿਮਰਤਾ ਵਾਲੇ ਮਨੁੱਖ ਅੰਦਰ ਈਰਖਾ ਨਹੀਂ ਹੁੰਦੀ। ਨਿਮਰਤਾ ਵਾਲਾ ਮਨੁੱਖ ਜੜ ਤੇ ਟਿਕਿਆ ਰਹਿੰਦਾ ਹੈ। ਜੜ ਮੂਲ ਹੈ ਤੇ ਮੂਲ ਹੈ ਸਾਡਾ ਪਰਮਾਤਮਾ। ਮੂਲ ਨਾਲ ਜੁੜੇ ਹੋਏ ਪੌਦੇ ਨੂੰ ਪੱਤੇ ਤਾਂ ਇੱਕ ਪਾਸੇ, ਫੁੱਲ ਵੀ ਲੱਗਦੇ ਨੇ, ਫਲ ਵੀ ਲੱਗਦੇ ਨੇ, ਉਹ ਖੁਸ਼ਬੂਆਂ ਵੀ ਵੰਡਦਾ ਹੈ, ਸੁੰਦਰਤਾ ਵੀ ਦਿਖਾਉਂਦਾ ਹੈ। ਉਸ ਦੇ ਪਾਸ ਸੁੰਦਰਤਾ ਵੀ ਹੈ, ਖੁਸ਼ਬੂਆਂ ਵੀ ਨੇ, ਫੁੱਲ ਵੀ ਨੇ, ਫਲ ਵੀ ਨੇ। ਲੇਕਿਨ ਇਹ ਆਪਣੇ ਮੂਲ ਤੋਂ ਅਲੱਗ ਕਰ ਦਿੱਤਾ ਜਾਏ, ਆਪ ਤਾਂ ਇਹ ਹੁੰਦਾ ਨਹੀਂ। ਛੋਟੇ ਬੂਟੇ ਅੰਦਰ ਕੋਮਲਤਾ ਹੈ ਕਿ ਤੂਫਾਨਾਂ ਵਿੱਚ ਵੀ ਉਹ ਜੜੋਂ ਨਾ ਉਖੜੇ, ਹਨੇਰੀਆਂ ਵੀ ਉਸ ਨੂੰ ਉਖਾੜ ਨਾ ਸਕਣ। ਇਉਂ ਹੀ ਨਿਮਰਤਾ ਵਾਲਾ ਇਨਸਾਨ ਹੈ ਜਿਸ ਅੰਦਰ ਕੋਮਲਤਾ ਹੈ। ਉਹ ਜਾਂਦਾ ਹੈ ਬੁਲੰਦੀਆਂ ਵੱਲ, ਸੁਰਤ ਉਸ ਦੀ ਉੱਚੀ ਉੱਠਦੀ ਏ। ਉਹ ਹਰਿਆਵਲਾਂ ਵੀ ਵੰਡਦਾ ਹੈ, ਗੁਣਾਂ ਦੀਆਂ ਖੁਸ਼ਬੂਆਂ ਵੀ ਵੰਡਦਾ ਹੈ, ਪਰਉਪਕਾਰ ਦੇ ਫਲ ਵੀ ਸੰਸਾਰ ਨੂੰ ਦਿੰਦਾ ਹੈ। ਲੇਕਿਨ ਜੜ ਨਾਲ ਜੁੜਿਆ ਹੋਇਆ ਹੈ। ਉਸ ਨੂੰ ਪਤਾ ਹੈ ਇਹ ਸਾਰੀ ਸ਼ਕਤੀ, ਇਹ ਸਾਰੀ ਊਰਜਾ, ਐਨਰਜੀ ਮੈਨੂੰ ਜੜ੍ਹਾਂ ਤੋਂ ਆ ਰਹੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਦੋ ਮਿਸਾਲਾਂ ਉਚੇਚੇ ਤੌਰ ਤੇ ਦਿੱਤੀਆਂ ਹਨ ਮੂਲ ਨਾਲ ਜੁੜੇ ਰਹਿਣ ਦੀਆਂ। ਇੱਕ ਫੁੱਲ ਦੀ, ਕਿ ਗੁਲਾਬ ਦੇ ਫੁੱਲ ਨੂੰ ਕੋਈ ਤੋੜਨ ਆਇਆ, ਦੇਖ ਕੇ ਸੁੰਦਰਤਾ ਤੇ ਖੁਸ਼ਬੂ ਸੁੰਘ ਕੇ ਮਨ ਕੀਤਾ ਤੋੜ ਕੇ ਨਾਲ ਲੈ ਜਾਵਾਂ। ਤਾਂ ਫੁੱਲ ਨੇ ਇੱਕ ਤਰਲਾ ਲਿਆ ਕਿ ਭੋਲਿਆ, ਤੈਨੂੰ ਨਾ ਆਪਣੀ ਜ਼ਿੰਦਗੀ ਦੀ ਸਮਝ ਹੈ, ਨਾ ਮੇਰੀ ਜ਼ਿੰਦਗੀ ਨੂੰ ਸਮਝ ਸਕਿਓ। ਮੇਰੇ ਪਾਸ ਇਹ ਖੁਸ਼ਬੂ, ਇਹ ਸੁੰਦਰਤਾ ਕੇਵਲ ਇਸ ਲਈ ਹੈ ਕਿ ਮੈਂ ਟਹਿਣੀ ਨਾਲ ਜੁੜਿਆ ਹੋਇਆ। ਟਹਿਣੀ ਅਗਾਂਹ ਤਣੇ ਨਾਲ, ਤਣਾ ਜੜ੍ਹਾਂ ਨਾਲ, ਜੜ੍ਹਾਂ ਜ਼ਮੀਨ ਨਾਲ ਜੁੜੀਆਂ ਹੋਈਆਂ ਨੇ। ਜਦ ਤੂੰ ਮੈਨੂੰ ਮੇਰੇ ਮੂਲ ਤੋਂ ਤੋੜ ਕੇ ਅਲੱਗ ਕਰ ਦੇਵੇਂਗਾ, ਜਿਨ੍ਹਾਂ ਗੱਲਾਂ ਦੇ ਕਾਰਨ ਮੈਨੂੰ ਤੋੜ ਰਿਹਾ ਹੈ ਨਾ, ਕਿ ਮੈਂ ਖੂਬਸੂਰਤ ਹਾਂ ਜਾਂ ਮੇਰੇ ਪਾਸ ਖੁਸ਼ਬੂਆਂ ਨੇ, ਉਹ ਤੈਨੂੰ ਸਦਾ ਮਿਲਣੀਆਂ ਨਹੀਂ। ਕਿਉਂ ਮੇਰੀ ਜ਼ਿੰਦਗੀ ਬਰਬਾਦ ਕਰਨ ਲੱਗਾ ਹੈ? ਟੁੱਟਣ ਤੋਂ ਬਾਅਦ ਮੇਰੀ ਖੁਸ਼ਬੂ ਕਮਜ਼ੋਰ ਹੁੰਦਿਆਂ ਹੁੰਦਿਆਂ ਮੁੱਕ ਜਾਏਗੀ। ਸੁੰਦਰਤਾ ਦਾ ਸਵਾਲ ਹੀ ਨਾ ਬਚੇਗਾ। ਪੰਖੜੀ ਪੰਖੜੀ ਹੋ ਕੇ ਮੈਂ ਬਰਬਾਦ ਹੋ ਜਾਵਾਂਗਾ। ਦੇਖ, ਤੂੰ ਆਪਣੀ ਜ਼ਿੰਦਗੀ ਨਾਲ ਵੀ ਇਹ ਖਿਲਵਾੜ ਕੀਤਾ ਹੈ, ਮੇਰੇ ਨਾਲ ਵੀ ਕਰ ਰਿਹਾ ਹੈ। ਕੁਝ ਤਾਂ ਸੋਚ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲੱਖ ਗਾਹਕ ਜੇ ਸੁੰਘੇ ਆ ਕੇ, ਖਾਲੀ ਇੱਕ ਨਾ ਜਾਈ। ਲੱਖਾਂ ਲੋਕ ਖੁਸ਼ਬੂਆਂ ਲੈ ਜਾਣ ਰਾਹ ਜਾਂਦੇ, ਫੁੱਲ ਅੰਦਰ ਕੋਈ ਕਮੀ ਥੋੜ੍ਹੀ ਆਉਂਦੀ ਹੈ। ਲੱਖ ਗਾਹਕ ਜੇ ਸੁੰਘੇ ਆ ਕੇ, ਖਾਲੀ ਇੱਕ ਨਾ ਜਾਈ। ਜੇ ਤੂੰ ਇੱਕ ਤੋੜ ਲੈ ਗਿਓ, ਮੈਂ ਇੱਕ ਜੋਗਾ ਰਹਿ ਜਾਸਾਂ। ਉਹ ਵੀ ਸਦਾ ਲਈ ਨਹੀਂ, ਉਹ ਵੀ ਪਲਕ ਝਲਕ ਦਾ ਮੇਲਾ, ਰੂਪ ਮਹਿਕ ਨਸ ਜਾਈ। ਨਾ ਮੇਰਾ ਰੂਪ ਬਚੇਗਾ, ਨਾ ਮੇਰੀ ਮਹਿਕ ਬਚੇਗੀ। ਮੈਂ ਤਾਂ ਤੈਨੂੰ ਵੀ ਖਬਰ ਦੇ ਰਿਹਾ, ਐ ਮਨੁੱਖ, ਆਪਣੇ ਮੂਲ ਨਾਲ ਜੁੜ ਜਾ। ਹੋ ਨੀਵਾਂ, ਮੂਲ ਨਾਲ ਜੁੜ। ਤੇਰੀ ਜ਼ਿੰਦਗੀ ਵਿੱਚ ਵੀ ਖੁਸ਼ਬੂ
ਤੇ ਖੂਬਸੂਰਤੀ ਪਰ ਜਾਏ। ਇੱਕ ਮਿਸਾਲ ਉਹਨਾਂ ਨੇ ਨਿਰਜਿੰਦ ਪਦਾਰਥ ਦੀ ਵੀ ਦਿੱਤੀ। ਉਹ ਵੀ ਮੂਲ ਤੋਂ ਟੁੱਟਿਆ ਤਾਂ ਗੁਣ ਨਾ ਰਹੇ, ਮੂਲ ਨਾਲ ਜੋੜਿਆ ਤਾਂ ਫਿਰ ਗੁਣਾਂ ਨਾਲ ਭਰ ਗਿਆ। ਉਹ ਸੀ ਕੋਲਾ। ਕੋਲੇ ਦਾ ਕਾਲਾ ਰੰਗ ਦੇਖ ਕੇ ਭਾਈ ਸਾਹਿਬ ਕਹਿੰਦੇ ਨੇ, ਮੈਂ ਸੋਚਣ ਲੱਗਾ ਇਸ ਦੀ ਕਾਲਖ ਕਿਸੇ ਤਰ੍ਹਾਂ ਦੂਰ ਕਰਨੀ ਚਾਹੀਦੀ ਹੈ। ਤੇ ਸੁਭਾਵਕ ਸੀ ਮੇਰੇ ਸਾਹਮਣੇ ਖਿਆਲ ਆਉਂਦਾ, ਜਿਵੇਂ ਮੈਲ ਉਤਾਰਨ ਲਈ ਕਾਲਖ ਲੱਗੀ ਹੋਵੇ ਬਸਤਰ ਨੂੰ, ਸਰੀਰ ਨੂੰ, ਤੇ ਉਤਾਰਨ ਵਾਸਤੇ ਪਾਣੀ ਸਾਬਣ ਲੈ ਕੇ ਧੋ ਲਈਦਾ ਹੈ। ਜਾਂ ਦੁੱਧ ਵਿੱਚ ਜਾਂ ਦਹੀਂ ਵਿੱਚ ਰੱਖ ਕੇ ਵੀ ਮੈਂ ਇਸ ਨੂੰ ਦੇਖਿਆ। ਮੈਂ ਰੰਗ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਚਿੱਟਾ ਰੰਗ ਚੜ ਜਾਏ, ਕਾਮਯਾਬੀ ਨਾ ਮਿਲੀ। ਕੋਲੇ ਦੀ ਕਾਲਖ ਗਈ ਹੀ ਨਾ। ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਵੀ ਧਰਿਆ, ਪਰ ਉਸ ਨਾ ਰੰਗ ਵਟਾਇਆ। ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ। ਮੈਨੂੰ ਖਿਆਲ ਆਇਆ, ਓਹੋ ਇਹ ਕਾਲਖ ਤਾਂ ਵਿਛੋੜੇ ਦੀ ਹੈ। ਅੱਗ ਵਿੱਚੋਂ ਪੈਦਾ ਹੋਇਆ ਸੀ ਇਹ ਕੋਲਾ। ਉਸ ਵੇਲੇ ਲਾਲੀਆਂ ਸਨ, ਤੇ ਹੁਣ ਕਿਉਂਕਿ ਅੱਗ ਤੋਂ ਟੁੱਟਾ ਹੋਇਆ ਇਸ ਲਈ ਕਾਲਖ ਆ ਗਈ ਹੈ। ਮੈਂ ਚੁੱਕ ਕੇ ਅੱਗ ਵਿੱਚ ਰੱਖ ਦਿੱਤਾ। ਮੂਲ ਨਾਲ ਜੁੜਦਿਆਂ ਹੀ ਪਲਾਂ ਵਿੱਚ ਇਹ ਕੋਲਾ ਲਾਲੀਆਂ ਪਕੜ ਗਿਆ, ਲਾਲ ਹੋ ਗਿਆ। ਇਸ ਦਾ ਰੰਗ ਸੂਹਾ ਹੋ ਗਿਆ। ਖੁੰਭ ਚਾੜ ਰੰਗਣ ਵੀ ਧਰਿਆ, ਪਰ ਉਸ ਨਾ ਰੰਗ ਵਟਾਇਆ। ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ। ਅੰਗ ਅੱਗ ਦੇ ਲਾ ਕੇ ਦੇਖੋ, ਤੇ ਚੜ੍ਹਦਾ ਰੂਪ ਸਵਾਇਆ। ਫਿਰ ਰੂਪ ਚੜ੍ਹ ਆਇਆ। ਮੂਲ ਨਾਲ ਜੁੜਿਆ ਹੋਇਆ ਪੇੜ ਇੱਕ ਖਬਰ ਦਿੰਦਾ ਹੈ, ਤੇ ਜੋ ਅਜੇ ਉਪਜਿਆ ਹੀ ਹੈ ਉਹ ਬਹੁਤ ਖਬਰਾਂ ਦਿੰਦਾ। ਕੋਮਲਤਾ ਹੈ, ਹਰਿਆਵਲਾਂ ਹਨ, ਇਹ ਬੁਲੰਦੀਆਂ ਵੱਲ ਵੱਧ ਰਿਹਾ ਹੈ। ਜਿਵੇਂ ਇਹ ਨਿਮਰਤਾ, ਅਭਿਮਾਨ ਤੋਂ ਮੁਕਤੀ, ਕੋਮਲਤਾ, ਬੁਲੰਦੀ ਵੱਲ ਜਾਣ ਦੀ ਯਾਤਰਾ ਦੀ ਖਬਰ ਇੱਕ ਉਪਜਿਆ ਪੇੜ ਦਿੰਦਾ ਹੈ, ਦਰਖਤ ਦਿੰਦਾ ਹੈ। ਜੇ ਮਨੁੱਖ ਦੀ ਜ਼ਿੰਦਗੀ ਐਸੀ ਅਵਸਥਾ ਵਿੱਚ ਬੀਤ ਜਾਏ ਜੋ ਤੈਸੀ ਨਿਭ ਹੈ ਓੜ, ਇਹ ਮਨੁੱਖ ਅਖੀਰ ਤੱਕ ਬਣਾਈ ਰੱਖੇ ਇਹ ਅਵਸਥਾ। ਹੀਰਾ ਕਿਸਕਾ ਬਾਪੁਰਾ, ਪੁੱਜਹਿ ਨ ਰਤਨ ਕਰੋੜ। ਦਰਖਤ ਤਾਂ ਸਮੇਂ ਦੀਆਂ ਪਾਬੰਦੀਆਂ ਵਿੱਚ ਹੈ। ਕੁਦਰਤਨ ਉਸ ਅੰਦਰ ਕਠੋਰਤਾ ਵੀ ਆਵੇਗੀ, ਪਤਝੜਾਂ ਵੀ ਅਸਰ ਪਾਉਣਗੀਆਂ, ਬਸੰਤ ਵੀ ਆਏਗੀ। ਪਰ ਐ ਇਨਸਾਨ, ਤੈਨੂੰ ਤਾਂ ਨਿਰੰਕਾਰ ਨੇ ਬੜੀ ਇਸ ਪੱਖ ਤੋਂ ਸ਼ਕਤੀ ਦਿੱਤੀ ਹੈ। ਤੂੰ ਸਦਾ ਬਸੰਤ ਵੀ ਬਣਾਈ ਰੱਖ ਸਕਦਾ ਹੈ। ਇਹ ਕੋਮਲਤਾ ਸਦਾ ਬਣੀ ਰਹਿ ਸਕਦੀ ਹੈ, ਕਿਉਂਕਿ ਇਹ ਸੁਰਤੀ ਦੇ ਖਿਆਲਾਂ ਵਿੱਚੋਂ ਬਣਨੀ ਹੈ। ਅੰਦਰ ਚੁੜ। ਜੇ ਇਹ ਓੜਕ ਤੱਕ ਨਿਭ ਗਈ ਤਾਂ ਹੀਰੇ ਵਿਚਾਰੇ ਕੀ ਹਨ। ਹੀਰਾ ਕਿਸਕਾ ਬਾਪੁਰਾ, ਪੁੱਜਹਿ ਨ ਰਤਨ ਕਰੋੜ। ਕਰੋੜਾਂ ਰਤਨ ਵੀ ਉਸ ਦੀ ਕੀਮਤ ਨਹੀਂ ਪਾ ਸਕਦੇ। ਉਹ ਜੀਵਨ ਇੰਨਾ ਉੱਚਾ ਤੇ ਸੁੱਚਾ ਹੋ ਜਾਂਦਾ ਹੈ, ਇੰਨਾ ਮਹਾਨ ਹੈ। ਇਸ ਤੋਂ ਅਗਲੇ ਸ਼ਲੋਕ ਵਿੱਚ ਕਬੀਰ ਸਾਹਿਬ ਫਰਮਾਉਂਦੇ ਨੇ, ਕਬੀਰਾ ਏਕ ਅਚੰਭੋ ਦੇਖਿਓ, ਹੀਰਾ ਹਾਟ ਬਿਕਾਏ। ਬਨਜਨ ਹਾਰੇ ਬਾਹਰਾ, ਕੌਡੀ ਬਦਲੇ ਜਾਏ। ਕਬੀਰ ਜੀ ਕਹਿੰਦੇ ਨੇ, ਮੈਂ ਇੱਕ ਬੜਾ ਹੈਰਾਨੀਜਨਕ ਖੇਡ ਤਮਾਸ਼ਾ ਦੇਖਿਆ ਹੈ। ਅਚੰਭਾ ਜਾਂ ਹੈਰਾਨੀ ਦੀ ਅਵਸਥਾ ਅਸੀਂ ਦੋ ਪ੍ਰਮੁੱਖ ਸਟੇਜਾਂ ਵਿੱਚ ਪ੍ਰਗਟ ਕਰਦੇ ਹਾਂ। ਇੱਕ, ਜਿੱਥੇ ਸਾਡੀ ਸੋਚ ਜਵਾਬ ਦੇ ਜਾਵੇ ਇਸ ਪੱਖ ਤੋਂ ਕਿ ਜੋ ਕ੍ਰਿਸ਼ਮਾ ਵਰਤ ਰਿਹਾ ਹੈ ਉਹ ਸਾਡੀ ਸਮਝ ਵਿੱਚ ਹੀ ਨਹੀਂ ਆ ਰਿਹਾ। ਦਰਅਸਲ ਇੱਕ ਪੱਖ ਤੋਂ ਤਾਂ ਇਹ ਇੱਕੋ ਹੀ ਸਟੇਜ ਹੈ ਕਿ ਸਮਝ ਤੋਂ ਪਰੇ ਦੀ ਬਾਤ ਹੋ ਰਹੀ ਹੈ।
ਪਰ ਇਸ ਦੇ ਦੋ ਹਿੱਸੇ ਹਨ। ਇੱਕ, ਕਾਦਰ ਕੁਦਰਤ ਵੱਲ ਧਿਆਨ ਧਰ ਕੇ ਦੇਖੋਗੇ ਤੁਹਾਨੂੰ ਅੰਤ ਨਹੀਂ ਮਿਲੇਗਾ। ਕੁਦਰਤ ਅੰਦਰ ਕਾਦਰ ਦੇ ਕਿੰਨੇ ਕ੍ਰਿਸ਼ਮੇ ਕਿੰਜ ਵਰਤ ਰਹੇ ਨੇ, ਬੁੱਧੀ ਤੋਂ ਪਰੇ ਦੀ ਬਾਤ ਹੈ। ਜਿਸ ਨੇ ਵੀ ਸੁਰਤ ਜੋੜ ਕੇ ਕੁਦਰਤ ਨੂੰ ਤੱਕਿਆ, ਉਹ ਹੈਰਾਨ ਹੋਣ ਤੋਂ ਉਰੇ ਰੁਕ ਨਹੀਂ ਸਕਿਆ। ਉਹ ਅਸਚਰਜਤਾ ਵਿੱਚ ਗਿਆ ਹੀ ਹੈ, ਬਿਸਮਾਦੀ ਅਵਸਥਾ ਵਿੱਚ ਪੁੱਜਾ, ਮਾਲਕ ਤੋਂ ਸਦਕੇ ਹੋਇਆ ਹੈ। ਸੋਚ ਤੋਂ ਪਰੇ ਦੀ ਇੱਕ ਘਟਨਾ ਹੋਰ ਵੀ ਹੈ ਕਿ ਤੁਸੀਂ ਤਵੱਕੋ ਤਾਂ ਰੱਖੋ ਕਿਸੇ ਤੋਂ ਇਹ ਕਿ ਆਦਮੀ ਬੜਾ ਸਿਆਣਾ ਹੈ, ਦਾਨਾ ਹੈ, ਪਰ ਉਹ ਗੱਲ ਕਰੇ ਅਤ ਮੂਰਖਤਾ ਦੀ, ਕਰਤੂਤ ਕਰੇ ਅਤ ਮੂਰਖਤਾ ਦੀ, ਉੱਥੇ ਵੀ ਹੈਰਾਨੀ ਹੁੰਦੀ ਹੈ। ਇਨਸਾਨ ਬਣ ਕੇ ਹੈਵਾਨਾਂ ਦੇ ਕੰਮ ਕੋਈ ਕਰੇ, ਕਬੀਰ ਜੀ ਕਹਿੰਦੇ ਨੇ ਮੈਂ ਇਸ ਤੋਂ ਵੀ ਹੈਰਾਨ ਹਾਂ। ਹੋਵੇ ਹੀਰਾ ਹੱਥ ਵਿੱਚ, ਕੀਮਤੀ ਹੀਰਾ, ਪਰ ਕਿਉਂਕਿ ਸਾਰ ਹੀ ਨਹੀਂ ਇਸ ਨੂੰ, ਇਹ ਵੇਚਣ ਤੁਰ ਪਵੇ ਕੁਮਾਰ ਦੇ ਪਾਸ, ਗਧੇ ਦੇ ਗਲੇ ਪਾ ਲਈ। ਟਕਿਆਂ ਪਿੱਛੇ ਵੇਚਦਾ ਫਿਰੇ ਕਰੋੜਾਂ ਦੀ ਚੀਜ਼ ਨੂੰ, ਤਾਂ ਵੀ ਹੈਰਾਨੀ ਹੁੰਦੀ, ਇਸ ਬੁੱਧੂ ਨੂੰ ਇੰਨਾ ਵੀ ਪਤਾ ਨਹੀਂ। ਥੋੜ੍ਹੀਆਂ ਅੱਖਾਂ ਖੋਲ੍ਹ ਕੇ ਦੇਖਦਾ, ਇਸ ਦੀ ਚਮਕ ਹੀ ਕੋਈ ਖਬਰ ਦੇ ਦਿੰਦੀ ਇਹ ਕੀਮਤੀ ਹੈ। ਕਬੀਰ ਜੀ ਕਹਿੰਦੇ ਨੇ ਮੈਂ ਮੂਰਖਤਾ ਦਾ ਵੀ ਅਸਚਰਜ ਤਮਾਸ਼ਾ ਦੇਖਿਆ ਸੰਸਾਰ ਵਿੱਚ। ਹੀਰਾ ਹੱਟੀ ਹੱਟੀ ਤੇ ਵਿਕ ਰਿਹਾ ਹੈ, ਹੀਰਾ ਹਾਟ ਬਿਕਾਏ, ਕਿਉਂਕਿ ਪਹਿਚਾਣ ਨਹੀਂ ਨਾ ਵੇਚਣ ਵਾਲੇ ਨੂੰ ਨਾ ਖਰੀਦਣ ਵਾਲੇ ਨੂੰ, ਕੋਈ ਪਾਰਖੂ ਨਹੀਂ। ਕੌਡੀਆਂ ਦੇ ਭਾਅ ਜਾ ਰਿਹਾ ਹੈ, ਬਣਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ। ਬਣਜ ਕਰਨ ਦੀ ਜਾਚ ਨਾ ਆਵੇ ਤਾਂ ਮਨੁੱਖਾ ਜਨਮ ਦਾ ਅਮੋਲਕ ਹੀਰਾ ਕੌਡੀਆਂ ਖੋਟਾ ਹੋ ਜਾਂਦਾ ਹੈ, ਕੌਡੀ ਦੇ ਮੁੱਲ ਦਾ ਵੀ ਨਹੀਂ ਰਹਿ ਜਾਂਦਾ। ਕਰੋੜਾਂ ਦੇ ਕੇ ਵੀ ਜੋ ਜ਼ਿੰਦਗੀ ਖਰੀਦੀ ਨਾ ਜਾ ਸਕੇ, ਕੋਈ ਕਦੀ ਖਰੀਦ ਸਕਿਆ ਹੈ। ਅਗਰ ਜ਼ਿੰਦਗੀ ਇੰਜ ਖਰੀਦੀ ਜਾਂਦੀ ਤਾਂ ਧਨਵਾਨ ਕਦੀ ਦੁਨੀਆ ਤੋਂ ਜਾਂਦਾ ਹੀ ਨਾ, ਸਦਾ ਸੰਸਾਰ ਤੇ ਬਣਿਆ ਰਹਿੰਦਾ। ਸਿਕੰਦਰ ਨੂੰ ਕੋਈ ਮਾਰ ਹੀ ਨਾ ਸਕਦਾ। ਐਂਡਰਿਊ ਕਾਰਨੇਗੀ ਸਦਾ ਸੰਸਾਰ ਤੇ ਰਹਿੰਦਾ, ਜਾਂ ਹੋਰ ਧਨਵਾਨ ਮੌਤ ਨੂੰ ਮਜ਼ਾਕਾਂ ਕਰਦੇ। ਲੇਕਿਨ ਜ਼ਿੰਦਗੀ ਕਰੋੜਾਂ ਤਾਂ ਇੱਕ ਪਾਸੇ, ਅਰਬਾਂ ਖਰਬਾਂ ਸਾਰੀ ਦੁਨੀਆ ਦੀ ਦੌਲਤ ਵੀ ਮੁੱਲ ਤਾਰਨਾ ਚਾਹੀਏ ਸਾਡੇ ਪਾਸ, ਸਾਡੇ ਕਬਜ਼ੇ ਵਿੱਚ ਹੋਵੇ, ਤਾਂ ਵੀ ਜ਼ਿੰਦਗੀ ਖਰੀਦੀ ਨਹੀਂ ਜਾ ਸਕਦੀ। ਕਰੋੜਾਂ ਤੋਂ ਵੀ ਅਤ ਕੀਮਤੀ ਹੈ ਇਹ ਜ਼ਿੰਦਗੀ ਦਾ ਹੀਰਾ। ਇਸ ਅਮੋਲਕ ਹੀਰੇ ਨੂੰ ਕੋਈ ਕੌਡੀਆਂ ਬਦਲੇ ਵੇਚ ਦੇਵੇ, ਕੌਡੀਆਂ ਦੇ ਭਾਅ ਵੇਚ ਦੇਵੇ, ਅਜ਼ਾਈ ਗਵਾਉਣ ਵਾਲੀ ਗੱਲ ਹੈ, ਬੇਕਾਰ ਗਵਾ ਦੇਣ ਵਾਲੀ ਬਾਤ ਹੈ। ਲੇਕਿਨ ਜੇ ਧਿਆਨ ਮਾਰ ਕੇ ਆਪਣੇ ਜੀਵਨ ਵੱਲ ਅਸੀਂ ਸੱਚਮੁੱਚ ਈਮਾਨਦਾਰੀ ਨਾਲ ਦੇਖੀਏ ਤਾਂ ਜ਼ਿਆਦਾਤਰ ਜ਼ਿੰਦਗੀ ਦਾ ਹਿੱਸਾ ਅਸੀਂ ਕੌਡੀਆਂ ਦੇ ਭਾਅ ਹੀ ਵੇਚਦੇ ਹਾਂ। ਸਾਡੀ ਸੋਚ, ਸਾਡੀ ਗੱਲਬਾਤ, ਸਾਡੇ ਕਰਮ ਕੰਮ ਸਭ ਇਸ ਦੀ ਖਬਰ ਦਿੰਦੇ ਨੇ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ, ਮੂੜੇ ਫਿਰ ਪਾਛੈ ਪਛਤਾਹੇ ਰੇ। ਫਿਰ ਪਛਤਾਇਆ ਵੀ ਕੀ ਬਣੇਗਾ। ਕੌਡੀਆਂ ਦੇ ਭਾਅ ਹੀਰਾ ਵੇਚ ਲਿਆ ਤੇ ਫਿਰ ਪਛਤਾਏ ਵੀ ਹੀਰਾ ਹੱਥੋਂ ਨਿਕਲ ਗਿਆ। ਇਹ ਇਨਸਾਨੀ ਜ਼ਿੰਦਗੀ ਹੀਰਿਆਂ ਨਾਲੋਂ ਵੀ ਕੀਮਤੀ ਹੈ। ਹੀਰੇ ਤਾਂ ਮਿਸਾਲ ਦੇਣ ਵਾਸਤੇ ਲਫ਼ਜ਼ ਵਰਤਿਆ ਗਿਆ ਹੈ। ਨਾ ਕਰੋੜਾਂ ਨਾਲ ਮੁੱਲ ਪਾਇਆ ਜਾ ਸਕਦਾ ਹੈ, ਨਾ ਹੀਰੇ ਰਤਨ ਜਵਾਹਰਾਤਾਂ ਨਾਲ ਹੀ ਪਾਇਆ ਜਾ ਸਕਦਾ ਹੈ। ਪਰ ਮਨੁੱਖ ਦੀ ਜ਼ਿੰਦਗੀ 'ਚ ਜਿਹੜੀਆਂ ਕੀਮਤੀ ਵਸਤੂਆਂ ਨੇ ਉਹਨਾਂ ਦੀਆਂ ਮਿਸਾਲਾਂ ਦੇ ਕੇ ਮਨੁੱਖ ਨੂੰ ਸਮਝਾਉਣ ਦਾ ਇੱਕ ਉਪਰਾਲਾ ਹੈ। ਉਂਝ ਜ਼ਿੰਦਗੀ ਹੀਰਿਆਂ ਨਾਲੋਂ ਕਿਤੇ ਕੀਮਤੀ ਹੈ, ਪਰ ਮਨੁੱਖ
ਹੱਟੀ ਹੱਟੀ ਤੇ ਵੇਚ ਰਿਹਾ ਹੈ, ਜ਼ਮੀਰ ਵੇਚਦਾ ਫਿਰਦਾ ਹੈ, ਕੌਡੀ ਕੌਡੀ ਲਈ ਦਰ ਦਰ ਖੁਸ਼ਾਮਦਾਂ ਕਰਦਾ ਹੈ। ਇਹ ਹੀਰਾ ਕੌਡੀਆਂ ਦੇ ਭਾਅ ਗਵਾ ਲੈਂਦਾ ਹੈ। ਕਬੀਰਾ ਏਕ ਅਚੰਭਵ ਦੇਖਿਓ, ਹੀਰਾ ਹਾਟ ਬਿਕਾਏ, ਬਨਜਨ ਹਾਰੇ ਬਾਹਰਾ, ਕੌਡੀ ਬਦਲੇ ਜਾਏ। 155ਵਾਂ ਸ਼ਲੋਕ ਹੈ। ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ, ਜਹਾਂ ਲੋਭ ਤਹ ਕਾਲ ਹੈ, ਜਹਾਂ ਖਿਮਾ ਤਹ ਆਪ। ਇਹ ਕੁਦਰਤ ਦੇ ਕੁਝ ਅਟੱਲ ਨਿਯਮ ਹਨ। ਧਰਮ ਕਮਾਉਣਾ ਚਾਹੁੰਦੇ ਹਾਂ, ਬਿਨਾਂ ਗਿਆਨ ਤੋਂ ਧਰਮ ਨਹੀਂ ਕਮਾਇਆ ਜਾਂਦਾ। ਸਮਝ ਹੀ ਨਹੀਂ, ਧਰਮ ਕਿਵੇਂ ਕਮਾਵਾਂਗੇ? ਜੇ ਸਮਝ ਨਹੀਂ, ਗਿਆਨ ਨਹੀਂ, ਅਸੀਂ ਉਹਨਾਂ ਗੱਲਾਂ ਨੂੰ ਧਰਮ ਮੰਨ ਬੈਠਦੇ ਹਾਂ ਜੋ ਦਰਅਸਲ ਧਰਮ ਨਹੀਂ, ਪਰ ਭੇਡ ਚਾਲ ਹੋ ਸਕਦੀ ਹੈ। ਹਰ ਮਜ਼ਹਬ ਵਿੱਚ ਇਸ ਤਰ੍ਹਾਂ ਦੀਆਂ ਕਮਜ਼ੋਰੀਆਂ ਲੋਕਾਂ ਵਿੱਚ ਆਉਂਦੀਆਂ ਰਹੀਆਂ ਨੇ ਕਿ ਮਨੁੱਖ ਗਿਆਨ ਤੋਂ ਖਾਲੀ ਹੋਣ ਕਾਰਨ ਕਰਮਕਾਂਡ ਦਾ ਪੁਜਾਰੀ ਬਣ ਜਾਂਦਾ ਰਿਹਾ ਹੈ। ਅਖੰਡ ਪਾਠ ਸਾਹਿਬ ਕਰਵਾਏ, ਸਹਿਜ ਪਾਠ ਕਰਵਾਏ, ਸੰਪੂਰਨਤਾ ਹੋਈ, ਰੁਮਾਲਾ ਅਰਪਣ ਕੀਤਾ। ਗੁਰੂ ਘਰਾਂ ਅੰਦਰ ਲਿਖ ਕੇ ਲਗਾਇਆ ਹੋਇਆ ਵੀ ਕਈ ਥਾਵਾਂ 'ਤੇ ਹੈ ਕਿ ਰੁਮਾਲੇ ਦੀ ਜ਼ਰੂਰਤ ਨਹੀਂ, ਲੋੜ ਤੋਂ ਵੱਧ ਨੇ। ਸੰਭਾਲ ਦੀ ਮੁਸ਼ਕਿਲ ਆ ਰਹੀ ਹੈ, ਕੋਈ ਹੋਰ ਸੇਵਾ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਕਰ ਲਓ। ਲੇਕਿਨ ਅਸੀਂ ਰੁਮਾਲਾ ਚੜਾਉਣ 'ਤੇ ਵੀ ਬਸ ਨਹੀਂ ਕੀਤੀ। ਅਗਾਂਹ ਇੱਕ ਪ੍ਰਪੰਚ ਹੋਰ ਚੱਲ ਪਿਆ। ਉਧਰੋਂ ਰੁਮਾਲਾ ਦੇਣਾ, ਉਧਰੋਂ ਇਹ ਗਾਉਣਾ, ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਢੱਕਣ ਕੂ ਪੱਤ ਮੇਰੀ। ਜਿਵੇਂ ਗੁਰੂ ਸਾਹਿਬ ਆਖਦੇ ਹੋਣ ਕਿ ਇਹ ਸਾਡੀ ਪੱਤ ਰੱਖਣ ਵਾਸਤੇ ਤੁਸਾਂ ਰੁਮਾਲਾ ਦੇ ਦਿੱਤਾ ਹੈ। ਅਰਥ ਕੁਝ ਹੋਰ ਨੇ, ਕਰ ਕੁਝ ਹੋਰ ਰਹੇ ਹਾਂ। ਗਿਆਨ ਦੀ ਕਮੀ ਹੈ। ਅਰਥ ਤਾਂ ਇਹ ਸੀ ਕਿ ਮਾਲਕ ਤੇਰੀ ਬੜੀ ਕਿਰਪਾ ਹੋਈ, ਬੜੀ ਮਿਹਰਬਾਨੀ ਤੂੰ ਕੀਤੀ, ਆਪਣੇ ਪ੍ਰੇਮ ਦਾ ਕੱਪੜਾ ਬਖਸ਼ ਦਿੱਤਾ ਹੈ, ਪ੍ਰੇਮ ਦਾ ਪਟੋਲਾ ਬਖਸ਼ ਦਿੱਤਾ ਹੈ ਮੇਰੀ ਪੱਤ ਰੱਖਣ ਵਾਸਤੇ। ਪ੍ਰਭੂ ਪ੍ਰੇਮ ਦਾ ਕੱਪੜਾ ਜਿਸ ਨੂੰ ਮਿਲ ਗਿਆ, ਉਹਨੇ ਵਿਕਾਰਾਂ ਵਿੱਚ ਜਾਣਾ ਨਹੀਂ, ਉਸ ਦੀ ਪੱਤ ਤਾਂ ਕਾਇਮ ਰਹੇਗੀ। ਦਾਨਾ ਬੀਨਾ ਸਾਈਂ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਗਿਆਨ ਬਗੈਰ ਧਰਮ ਨਹੀਂ ਕਮਾਇਆ ਜਾਂਦਾ। ਬਾਰ ਬਾਰ ਸਤਿਗੁਰੂ ਸਮਝਾਉਂਦੇ ਰਹੇ, ਇਹ ਕਾਇਆ ਪ੍ਰਭੂ ਦਾ ਮੰਦਰ ਹੈ। ਅਸੀਂ ਇੱਟਾਂ ਦੀਆਂ ਇਮਾਰਤਾਂ ਨੂੰ, ਸੰਗਮਰਮਰ ਨੂੰ ਤਾਂ ਨੱਕ ਰਗੜਦੇ ਹਾਂ, ਪਰ ਇਸ ਪ੍ਰਭੂ ਦੇ ਬਣਾਏ ਮੰਦਰ ਦੀ ਰਿਸਪੈਕਟ ਕਰਨ ਦੀ ਸਾਨੂੰ ਜਾਚ ਹੀ ਨਹੀਂ। ਇਸ ਨੂੰ ਸੰਭਾਲਣਾ ਕਿਵੇਂ ਹੈ? ਗਿਆਨ ਦੀ ਕਮੀ ਹੋਵੇ ਤਾਂ ਮਨੁੱਖ ਧਰਮ ਦੇ ਭੁਲੇਖੇ 'ਚ ਪੈ ਸਕਦਾ ਹੈ, ਧਰਮ ਕਮਾ ਨਹੀਂ ਸਕਦਾ। ਕਿਸੇ ਦੱਸ ਦਿੱਤਾ ਹੈ ਮਹਾਂ ਦੀ ਦਾਲ ਸ਼ਨੀਚਰਵਾਰ ਮੰਗਲਵਾਰ ਚੜ੍ਹਾ ਕੇ ਆਓ, ਕਿ ਸਰੋਂ ਦਾ ਤੇਲ ਗੁਰਦੁਆਰੇ ਦੇ ਆਓ। ਉਸ ਨੂੰ ਪਤਾ ਹੈ ਕਿ ਗੁਰਦੁਆਰੇ ਨੂੰ ਮੰਨਦਾ ਹੈ, ਚੀਜ਼ਾਂ ਮੈਂ ਆਪਣੀ ਮਰਜ਼ੀ ਦੀਆਂ ਕਰਵਾਉਣੀਆਂ ਨੇ, ਭੇਜ ਗੁਰੂਦੁਆਰੇ ਦਿਓ। ਸਤਿਗੁਰੂ ਨੇ ਇੱਕ ਉਪਦੇਸ਼ ਦਿੱਤਾ ਹੈ, ਕਿਸੇ ਗ੍ਰਹਿ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ। ਰੱਬ ਦਾ ਨਾਮ ਜਪੋਗੇ, ਕਿਸੇ ਦਾ ਕੋਈ ਪ੍ਰਭਾਵ ਨਹੀਂ ਪਏਗਾ। ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ, ਜਪਣ ਵਾਲੇ ਤਾਂ ਬਣੋ। ਇੰਨੇ ਬਲਵਾਨ ਬਣ ਜਾਓਗੇ ਕਿ ਕਿਸੇ ਗ੍ਰਹਿ ਦੀ ਕੋਈ ਵਾਈਬ੍ਰੇਸ਼ਨ ਤੁਹਾਡੇ 'ਤੇ ਪ੍ਰਭਾਵ ਨਾ ਪਾ ਸਕੇ। ਪਰ ਅਸੀਂ ਕਮਜ਼ੋਰ ਬਣਦੇ ਜਾਂਦੇ ਹਾਂ, ਗਿਆਨ ਤੋਂ ਹੀਣੇ ਭਰਮ ਵਿੱਚ ਭਟਕਦੇ ਹਾਂ। ਸਤਿਗੁਰੂ ਨੇ ਸਮਝਾਇਆ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਾਨੂੰ ਕੋਈ ਖਿਆਲ ਹੀ ਨਹੀਂ। ਸ਼ਬਦ ਦੀ ਵਿਚਾਰ ਦਾ ਤੀਰਥ ਬਣਾਉਣ ਵਾਸਤੇ ਤਾਂ ਭਾਵੇਂ ਕੌਡੀ ਨਾ ਲਾਈਏ, ਜਿੱਥੇ ਨਾਂ ਦਾ ਪੱਥਰ ਲੱਗ ਜਾਏ ਉੱਥੇ ਹਜ਼ਾਰਾਂ ਦੇ ਦਈਏ। ਫਰਕ ਕਿੱਥੇ ਹੈ? ਗਿਆਨ ਦੀ ਕਮੀ ਹੈ। ਕਬੀਰ ਜੀ ਕਹਿੰਦੇ ਨੇ, ਗਿਆਨ ਪੱਲੇ ਹੋਵੇ, ਸਮਝ ਹੋਵੇ, ਧਰਮ ਸੁਤੇ ਸਿੱਧ ਜ਼ਿੰਦਗੀ ਦਾ ਹਿੱਸਾ ਬਣ ਜਾਏਗਾ। ਤੁਸੀਂ ਪਾਖੰਡ ਭਰਮ ਵਿੱਚ ਪੈਣਾ ਹੀ ਨਹੀਂ। ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ। ਹਮੇਸ਼ਾ ਇਸ ਗੱਲ ਦਾ ਖਿਆਲ ਰੱਖਣਾ, ਜਿੱਥੇ ਝੂਠ ਚੱਲ ਰਿਹਾ ਹੈ ਉੱਥੇ ਪਿੱਛੇ ਪਾਪ ਛੁਪਿਆ ਹੋਇਆ ਹੈ।
ਨਿਸ਼ਚਿਤ ਰੂਪ ਵਿੱਚ, ਨਹੀਂ ਤਾਂ ਝੂਠ ਦੀ ਜ਼ਰੂਰਤ ਕੀ। ਜਿੱਥੇ ਪੁੰਨ ਕਰਮ ਨੇ ਸਾਫ਼ ਜ਼ਿੰਦਗੀ ਹੈ, ਉੱਥੇ ਝੂਠ ਦੀ ਕੀ ਲੋੜ। ਜੋ ਹੈ ਜੈਸਾ ਹੈ ਪ੍ਰਗਟ ਹੈ, ਪ੍ਰਤੱਖ ਹੈ। ਪਾਪ ਨੇ ਆਪਾ ਛਿਪਾਉਣਾ ਹੈ ਤੇ ਛਿਪਾਉਣ ਵਾਸਤੇ ਉਸਨੇ ਝੂਠ ਦਾ ਪਰਦਾ ਲੈਣਾ। ਕਬੀਰ ਸਾਹਿਬ ਕਹਿੰਦੇ ਨੇ, ਜਹਾਂ ਝੂਠ ਤਹ ਪਾਪ, ਇਹ ਪੱਕਾ ਜਾਣ ਲੈਣਾ। ਜਿੱਥੇ ਝੂਠ ਹੈ ਪਿੱਛੇ ਪਾਪ ਵੀ ਹੋਏਗਾ। ਜਹਾਂ ਲੋਭ ਤਹ ਕਾਲ ਹੈ, ਜਹਾਂ ਖਿਮਾ ਤਹ ਆਪ। ਜਿੱਥੇ ਲਾਲਚ ਪ੍ਰਦਾਨ ਹੈ ਉੱਥੇ ਕਾਲ ਨੇੜੇ ਹੈ। ਦੁਨੀਆ ਅੰਦਰ ਕਿਤਨੀ ਕਤਲੋ ਗਾਰਦ, ਪਰਿਵਾਰਾਂ ਤੋਂ ਲੈ ਕੇ ਦੇਸ਼ਾਂ ਤੱਕ ਤ੍ਰਿਸ਼ਨਾ ਲੋਭ ਦੇ ਕਾਰਨ ਹੋ ਰਹੀ ਹੈ। ਕਿਸ ਮੁਲਕ ਦੀ ਕਿਸ ਚੀਜ਼ ਤੇ ਕਿਵੇਂ ਕਬਜ਼ਾ ਕਰਨਾ ਹੈ, ਕਿਸ ਆਦਮੀ ਦਾ ਕੀ ਕਿਵੇਂ ਹੜਪਣਾ ਹੈ। ਲੋਭ, ਜਿੰਨਾ ਲੋਭ ਪ੍ਰਬਲ ਹੋ ਜਾਏ, ਮਨੁੱਖ ਦੂਜੇ ਨੂੰ ਤਕਲੀਫ ਤਾਂ ਦਿੰਦਾ ਹੈ, ਪਰ ਉਹ ਇਹ ਨਹੀਂ ਸੋਚਦਾ ਕਿ ਮੈਂ ਆਪਣੇ ਅਮੋਲਕ ਜੀਵਨ ਨੂੰ ਗਲਤ ਵਿਚਾਰਾਂ ਵਿੱਚ, ਉਹਨਾਂ ਪਦਾਰਥਾਂ ਦੀ ਪਕੜ ਤ੍ਰਿਸ਼ਨਾ ਵਿੱਚ ਲੱਗ ਕੇ ਕਾਲ ਦੇ ਅਧੀਨ ਕਰ ਰਿਹਾ, ਜਿਨ੍ਹਾਂ ਨੇ ਸਾਥ ਮੇਰਾ ਵੀ ਨਹੀਂ ਦੇਣਾ। ਕਾਲ ਜ਼ਿੰਦਗੀ ਨੂੰ ਖਾਈ ਜਾ ਰਿਹਾ ਹੈ। ਵਿਕਾਰਾਂ ਦੀ ਪੰਡ, ਗੁਨਾਹਾਂ ਦੀ ਪੰਡ ਸਿਰ ਤੇ ਚੁੱਕ ਰਿਹਾ। ਜਿੱਥੇ ਲਾਲਚ ਹੈ ਉੱਥੇ ਕਾਲ ਜਲਦੀ ਆਏਗਾ। ਦਰਅਸਲ ਲਾਲਚ ਹੈ ਹੀ ਕਾਲ ਦਾ ਇੱਕ ਰੂਪ। ਲਾਲਚ ਵਿੱਚ ਇੱਕ ਦੂਜੇ ਦੇ ਕਤਲ, ਲਾਲਚ ਵਿੱਚ ਇੱਕ ਦੂਜੇ ਦਾ ਨੁਕਸਾਨ ਕਾਲ ਸਪਸ਼ਟ ਰੂਪ ਵਿੱਚ ਵਰਤ ਰਿਹਾ ਹੈ। ਜਹਾਂ ਲੋਭ ਤਹ ਕਾਲ ਹੈ, ਜਹਾਂ ਖਿਮਾ ਤਹ ਆਪ। ਜਿੱਥੇ ਖਿਮਾ ਹੈ, ਖਿਮਾ ਬੜੇ ਧੀਰਜ ਵਿੱਚੋਂ ਉਪਜਦੀ ਹੈ, ਸ਼ਾਂਤ ਚਿੱਤ ਵਿੱਚੋਂ ਪੈਦਾ ਹੁੰਦੀ ਹੈ ਖਿਮਾ, ਸਧਾਰਨ ਬਿਰਤੀ ਵਿੱਚੋਂ ਨਹੀਂ। ਤੇ ਜੋ ਸ਼ਾਂਤ ਹੈ, ਧੀਰਜ ਵਿੱਚ ਹੈ, ਟਿਕਾ ਵਿੱਚ ਹੈ, ਉਹ ਰੱਬ ਦੇ ਨੇੜੇ ਹੈ। ਜਿੰਨੇ ਟਿਕ ਜਾਓਗੇ, ਇੱਕ ਮਾਮੂਲੀ ਜਿਹਾ ਨੁਕਤਾ ਵੀ ਖਬਰੇ ਅਸੀਂ ਕਿਉਂ ਨਹੀਂ ਅਪਣਾਉਂਦੇ। ਮੰਤਰ ਪੁੱਛਦੇ ਨੇ ਕਿਸ ਦਾ ਰਟਨ ਵਧੇਰੇ ਕਰੀਏ, ਕਿੰਨੀਆਂ ਮਾਲਾ ਕਰੀਏ, ਕਿੰਨੇ ਘੰਟੇ ਬੈਠੀਏ। ਸਵਾਲ ਕੇਵਲ ਇੰਨਾ ਹੈ ਕਿ ਆਪਣੇ ਅੰਦਰ ਟਿਕ ਜਾਓ, ਸੁਰਤ ਤੇ ਧਿਆਨ ਦਿਓ ਕਿ ਇਹ ਟਿਕ ਜਾਏ। ਜਿਵੇਂ ਜਿਵੇਂ ਸੁਰਤ ਵੱਲ ਧਿਆਨ ਦਿਓਗੇ ਟਿਕੇਗੀ ਹੀ, ਔਰ ਜਿਤਨੀ ਟਿਕਾਓ ਵਿੱਚ ਆ ਗਈ ਓਨੀ ਪਰਮਾਤਮਾ ਦੀ ਨਿਕਟਤਾ ਬਣ ਗਈ, ਆਨੰਦ ਹੀ ਆਨੰਦ ਹੈ। ਉੱਥੇ ਖਿਮਾ ਹੀ ਖਿਮਾ ਹੈ। ਸਾਡੀ ਹਾਲਤ ਉਲਟੀ ਹੈ, ਅਸੀਂ ਪਰਮਾਤਮਾ ਪਾਸੋਂ ਤਾਂ ਖਿਮਾ ਮੰਗਦੇ ਹਾਂ। ਜਿੱਥੇ ਆਪਣੀ ਗੱਲ ਆਉਂਦੀ ਹੈ, ਗੁਨਾਹਗਾਰ ਹਾਂ ਪਰ ਤੇਰੇ ਬੰਦੇ ਹਾਂ ਬਖਸ਼ ਨਹੀਂ, ਖੋਟੇ ਹਾਂ ਪਰ ਤੇਰੇ ਤੂੰ ਬਖਸ਼ ਨਹੀਂ, ਆਪ ਕਿਸੇ ਨੂੰ ਬਖਸ਼ਦੇ ਹੀ ਨਹੀਂ। ਨਹੀਂ, ਜੀਵਨ ਅੰਦਰ ਉਹ ਗੁਣ ਰੱਬ ਵਾਲਾ ਆ ਜਾਏਗਾ ਜੇ ਰੱਬ ਦੀ ਨੇੜਤਾ ਹੋਈ। ਰੱਬ ਦਾ ਸੁਭਾਅ ਹੈ ਖਿਮਾ ਕਰਨਾ। ਸਤਿਗੁਰੂ ਜੀ ਨੇ ਉਸ ਦੇ ਜੋ ਪੱਕੇ ਸੁਭਾਅ ਲਿਖੇ ਨੇ, ਉਹਨਾਂ ਵਿੱਚ, ਉਸ ਲਿਸਟ ਵਿੱਚ ਜ਼ਿਕਰ ਆਉਂਦਾ ਹੈ। ਸਭ ਤੋਂ ਪਹਿਲਾ ਹੈ ਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਉਹ ਮਿੱਠ ਬੋਲੜਾ ਹੈ। ਹੋਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ। ਪੂਰਨ ਭਗਵਾਨ ਹੈ, ਉਹ ਅਧੂਰਾ ਨਹੀਂ। ਔਗਣ ਕੋ ਨਾ ਚਿਤਾਰੇ, ਔਗਣ ਚਿਤਾਰਦਾ ਤੱਕ ਨਹੀਂ। ਕਦੀ ਯਾਦ ਵੀ ਨਹੀਂ ਕਰਾਉਂਦਾ ਕਿ ਤੂੰ ਔਗਣ ਕਰ ਰਿਹਾ ਹੈ, ਦੇਖ ਮੈਂ ਤੈਨੂੰ ਜੀਵਨ ਦਿੱਤਾ ਹੈ, ਖੁੱਲ੍ਹ ਦਿੱਤੀ ਹੈ ਉਸਨੇ, ਤੂੰ ਕਰ ਕਿੱਧਰ ਜਾਂਦਾ ਹੈ। ਔਗਣ ਕੋ ਨਾ ਚਿਤਾਰੇ, ਸ਼ਰਨ ਆਏ ਨੂੰ ਕਦੀ ਉਸਨੇ ਚਿਤਾਰਿਆ ਨਹੀਂ। ਪਤਿਤ ਪਾਵਨ ਹਰ ਬਿਰਦ ਸਦਾਏ, ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਇੱਕ ਤਿਲ ਨਹੀਂ ਭੰਨੈ ਘਾਲੇ, ਤਿਲ ਜਿੰਨੀ ਘਾਲਣਾ ਬੇਕਾਰ ਨਹੀਂ ਜਾਣ ਦਿੰਦਾ। ਉਹਦੇ ਸੁਭਾਅ ਨੇ, ਪੱਕੇ ਸੁਭਾਅ ਨੇ। ਉਹ ਮਿਹਰਬਾਨ ਹੈ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। 3 ਵਾਰੀ ਮਿਹਰਬਾਨ ਸ਼ਬਦ ਸਤਿਗੁਰੂ ਜੀ ਨੇ ਬਾਰ-ਬਾਰ ਦੁਹਰਾਇਆ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਮਿਹਰਬਾਨ ਹੀ ਹੋ ਸਕਦਾ ਹੈ ਜਿਹੜਾ ਖਿਮਾ ਕਰਨ ਵਾਲਾ ਹੈ, ਮਿਹਰਾਂ ਕਰਦਾ ਹੈ।
ਜਿੱਥੇ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਖਿਮਾ ਦਾ ਗੁਣ ਆ ਗਿਆ, ਸਮਝ ਲੈਣਾ ਉਹ ਰੱਬ ਦੇ ਨੇੜੇ ਹੈ। ਉਹ ਖਿਮਾ ਉੱਤੋਂ ਉੱਤੋਂ ਨਾ ਹੋਵੇ, ਮਨ ਵਿੱਚ ਕਪਟ ਰੱਖੇ, ਸੱਚਮੁੱਚ ਦਿਲ ਵਿੱਚ ਖਿਮਾ ਭਰੀ ਹੋਈ ਹੋਵੇ, ਮੰਦਿਆਂ ਨਾਲ ਵੀ ਨੇਕੀ ਕਰਨੀ ਸਿੱਖ ਲੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਜਿੱਥੇ ਖਿਮਾ ਦਾ ਗੁਣ ਹੈ ਉੱਥੇ ਰੱਬ ਆਪ ਪ੍ਰਤੱਖ ਰੂਪ ਵਿੱਚ ਵਸਦਾ ਹੈ। 156ਵਾਂ ਸ਼ਲੋਕ। ਕਬੀਰ ਮਾਇਆ ਤਜੀ ਤਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਿਵਰ ਗਲੇ, ਮਾਨ ਸਭੈ ਕੋ ਖਾਏ। ਮਨੁੱਖ ਮਾਇਆ ਤਿਆਗ ਦਿੰਦਾ ਹੈ, ਮੈਂ ਨਹੀਂ ਤਿਆਗਦਾ। ਪਦਾਰਥ ਛੱਡ ਦਿੰਦਾ ਹੈ ਪਰ ਪਕੜ ਨਹੀਂ ਛੱਡਦਾ। ਬੜਾ ਅਜੀਬ ਹੈ ਇਹ ਮਨੁੱਖ, ਦਿਖਾਉਂਦਾ ਇੰਝ ਹੀ ਹੈ। ਅੰਦਰਲਾ ਮਾਣ ਜਿਹੜਾ ਉਹ ਭਰਿਆ ਪਿਆ ਹੈ, ਅੰਦਰ ਹੰਕਾਰ। ਕਿਸੇ ਨੇ ਇਕੱਠੀ ਕਰਨ ਦਾ ਗੁਮਾਨ ਕਰ ਲਿਆ ਤਾਂ ਵੀ ਗੁਮਾਨ ਹੈ, ਜੇ ਕਿਸੇ ਨੇ ਤਿਆਗ ਦਾ ਕਰ ਲਿਆ ਹੈ ਤਾਂ ਵੀ ਅਹੰਕਾਰ ਹੀ, ਬਲਕਿ ਸ਼ੁੱਧ ਜ਼ਹਿਰ ਹੈ। ਜਿਸ ਦੇ ਪਾਸ ਹੈ ਉਹ ਹੈਂਕੜ ਕਰਦਾ ਹੈ ਤੇ ਹੋ ਸਕਦਾ ਕੱਲ੍ਹ ਨੁਕਸਾਨ ਹੋ ਜਾਏ। ਜਿਹੜਾ ਆਖਦਾ ਮੈਂ ਲੱਤ ਮਾਰ ਆਇਆ ਹਾਂ, ਤਿਆਗ ਦਿੱਤੀ ਇੰਨੀ ਦੌਲਤ, ਉਸ ਨੂੰ ਕੀ ਕਰੋਗੇ? ਹੰਕਾਰ ਕਿੰਝ ਤੋੜਨਾ ਹੈ ਉਸ ਦਾ? ਕਬੀਰ ਜੀ ਕਹਿੰਦੇ ਨੇ ਮਾਇਆ ਤਿਆਗ ਦੇਣ ਨਾਲ ਗੱਲ ਨਹੀਂ ਬਣਦੀ। ਇਸ ਲਈ ਕਬੀਰ ਜੀ ਨੇ ਕਦੀ ਇਹ ਉਪਦੇਸ਼ ਨਹੀਂ ਦਿੱਤਾ ਕਿ ਘਰ ਬਾਰ ਮਹਿਲ ਮਾੜੀਆਂ ਛੱਡ ਕੇ ਚਲੇ ਜਾਓ। ਨੇਕ ਕਿਰਤ ਕਰਕੇ ਜੋ ਪਦਾਰਥ ਮਿਲਦੇ ਨੇ ਭੋਗ, ਤੈਨੂੰ ਮਨੁੱਖਾ ਜ਼ਿੰਦਗੀ ਮਿਲੀ ਹੈ। ਮਾਇਆ ਦੇ ਤਿਆਗਿਆਂ ਮਾਲਕ ਨਹੀਂ ਮਿਲਣਾ। ਪਦਾਰਥ ਵੀ ਉਸ ਦੀ ਕਿਰਪਾ ਨਾਲ ਹੀ ਇਹ ਸੰਸਾਰ ਅੰਦਰ ਹੋਂਦ ਵਿੱਚ ਆਏ ਨੇ। ਕਬੀਰ ਮਾਇਆ ਤਜੀ ਤਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ। ਜੇ ਹੰਕਾਰ ਨਹੀਂ ਤਿਆਗਿਆ। ਸਵਾਲ ਤਾਂ ਅਹੰਕਾਰ ਦਾ ਹੈ। ਇੱਕ ਗ੍ਰਸਤੀ ਅਹੰਕਾਰ ਕਰਦਾ ਹੈ, ਮੈਂ ਬਹੁਤ ਕਮਾਈ ਕੀਤੀ, ਮਹਿਲ ਬਣਾ ਲਏ। ਦੂਜਾ ਆਖਦਾ ਦੇਖੋ ਮੈਂ ਸਭ ਕੁਝ ਛੱਡ ਆਇਆ ਤੇ ਮੇਰਾ ਡੇਰਾ ਦੂਜਿਆਂ ਨਾਲੋਂ ਵੱਡਾ ਹੈ। ਡੇਰੇਦਾਰਾਂ ਨੇ ਤੇ ਆਸ-ਪਾਸ ਦੀਆਂ ਜ਼ਮੀਨਾਂ ਮਹਿੰਗੀਆਂ ਕਰ ਦਿੱਤੀਆਂ, ਗ੍ਰਸਤੀ ਲਈ ਖਰੀਦਣੀਆਂ ਔਖੀਆਂ ਹੋ ਗਈਆਂ। ਮੇਰਾ ਡੇਰਾ ਦੂਜੇ ਨਾਲੋਂ ਵੱਡਾ ਹੋਣਾ ਚਾਹੀਦਾ ਹੈ। ਇਹ ਮਾਣ ਨਹੀਂ ਤਾਂ ਹੋਰ ਕੀ ਹੈ? ਸਵਾਲ ਤਾਂ ਸੀ ਮਾਣ ਤੋਂ ਮੁਕਤ ਹੋਣ ਦਾ। ਮਾਇਆ ਤਿਆਗ ਕੇ ਤੂੰ ਦੁਨੀਆ ਦੀਆਂ ਨਿਗਾਹਾਂ ਵਿੱਚ ਕੱਟਾ ਲੱਖ ਪਾਉਂਦਾ ਰਹਿ, ਪਰਮਾਤਮਾ ਨਾਲ ਧੋਖਾ ਨਾ ਕਰ ਸਕੇਗਾ। ਇਹ ਮਾਇਆ ਦਾ ਤਿਆਗ 100 ਚੋਂ 99 ਵਾਰੀ ਤਾਂ ਕੇਵਲ ਦਿਖਾਵਾ ਹੈ। ਜੇ ਕਿਸੇ ਤਿਆਗ ਵੀ ਦਿੱਤੀ ਤਾਂ ਕੀ ਹੋ ਗਿਆ? ਮਾਇਆ ਨੇ ਕੋਈ ਪਕੜ ਕੇ ਰੱਖਿਆ ਹੋਇਆ ਸੀ? ਕਿਉਂ ਤਿਆਗੀ? ਇਸ ਤੋਂ ਇੰਨਾ ਡਰ ਕਿਉਂ ਲੱਗਦਾ ਹੈ ਕਿ ਹੱਥ ਨਹੀਂ ਲਾਉਣਾ? ਕੋਈ ਇਸ ਦੇ ਪਿੱਛੇ ਦੌੜਦਾ ਹੈ, ਕੋਈ ਅੱਗੇ ਅੱਗੇ ਦੌੜ ਰਿਹਾ ਹੈ। ਭਾਵ ਤਾਂ ਇੱਕੋ ਹੀ, ਇਸ ਤੋਂ ਡਰਦੇ ਹੋ ਜਿਵੇਂ ਕਰੰਟ ਮਾਰਦੀ ਹੋਵੇ। ਕੁਝ ਨਹੀਂ ਆਖਦੀ ਮਾਇਆ, ਤਿਆਗਣ ਦੀ ਕੋਈ ਜ਼ਰੂਰਤ ਨਹੀਂ। ਇਸ ਨੂੰ ਭੋਗਣ ਦੀ ਲੋੜ ਹੈ। ਹਾਂ, ਕਮਾਓ ਵੀ ਠੀਕ ਢੰਗ ਨਾਲ, ਭੋਗੋ ਵੀ ਠੀਕ ਢੰਗ ਨਾਲ। ਇਹ ਮਾਇਆ ਪਰਉਪਕਾਰ ਵਿੱਚ ਵੀ ਖਰਚੀ ਜਾ ਸਕਦੀ ਹੈ। ਕਬੀਰ ਜੀ ਕਹਿੰਦੇ ਨੇ ਤਿਆਗ ਵੀ ਦਿਓਗੇ ਤਾਂ ਕੋਈ ਗੱਲ ਬਣ ਜਾਣ ਵਾਲੀ ਨਹੀਂ। ਫਿਰ ਕੀ ਹੋਇਆ? ਕਬੀਰ ਜੀ ਨੇ ਤਿਆਗ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਜੇ ਮਾਣ ਨਹੀਂ ਤਿਆਗਿਆ, ਅਹੰਕਾਰ ਨਹੀਂ ਛੱਡਿਆ, ਗੱਲ ਤਾਂ ਅਹੰਕਾਰ ਤਿਆਗਣ ਦੀ ਸੀ। ਮਾਨ ਮੁਨੀ ਮੁਨਿਵਰ ਗਲੇ, ਮਾਨ ਸਭੈ ਕੋ ਖਾਏ। ਇਸ ਮਾਣ ਵਿੱਚ ਤਾਂ ਵੱਡੇ ਵੱਡੇ ਮਨੀਸ਼ਰ, ਰਿਸ਼ੀ ਮੁਨੀ ਹੰਕਾਰ ਵਿੱਚ ਗਲ ਗਏ। ਇਹ ਅਹੰਕਾਰ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਹਰ ਇੱਕ ਨੂੰ ਖਾ ਜਾਂਦਾ ਹੈ। ਜੋ ਵੀ ਪ੍ਰਾਣੀ ਅਹੰਕਾਰ ਕਰਦਾ ਹੈ ਉਹ ਨਿਰੰਕਾਰ ਤੋਂ ਦੂਰ ਹੋ ਜਾਂਦਾ ਹੈ ਔਰ ਕਾਲ ਦਾ ਗੁਲਾਮ ਬਣ ਜਾਂਦਾ ਹੈ। ਵਾਹਿਗੁਰੂ ਕਿਰਪਾ ਕਰੇ ਅਹੰਕਾਰ ਨਾਲ ਨਾ ਸਾਂਝ ਬਣਾਈਏ, ਨਿਰੰਕਾਰ ਨਾਲ ਸਾਂਝ ਬਣਾ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।